ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾ। ਅੰਤਰਜਾਮੀ ਸਭ ਵਿਦ ਜਨ, ਤਿਸ ਤੇ ਕਹਾਂ ਦੁਲਾਰਿਓ। ਮਾਰੂ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹੇ ਭਾਈ, ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਾਰੀਆਂ ਵਿਧੀਆਂ ਨੂੰ ਭਾਵ ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ। ਤੂੰ ਉਸ ਤੋਂ ਕਿਸ ਵਾਸਤੇ ਨੂੰ ਛਪਾਉਣਾ ਕਰਦਾ ਹੈ, ਜਾਂ ਤੂੰ ਆਪਣੇ ਆਪ ਨੂੰ ਉਸ ਦਾ ਦੁਲਾਰਿਓ ਲਾਡਲਾ ਪੁੱਤਰ ਕਹਾਉਂਦਾ ਹੈ। ਪਰ ਉਸ ਤੋਂ ਕਿੱਥੇ ਕੁਝ ਤੂੰ ਛੁਪਾ ਸਕਦਾ, ਭਾਵ ਕੁਝ ਨਹੀਂ ਛੁਪਾ ਸਕਦਾ। ਇਨਸਾਨ ਦੇ ਕੋਲੋਂ ਤਾਂ ਇਨਸਾਨ ਲੁਕਾ ਛੁਪਾ ਕਰ ਸਕਦਾ ਹੈ, ਪਰ ਜਿਹੜਾ ਪਰਮਾਤਮਾ ਹੈ, ਪ੍ਰਭ ਮੇਰਾ ਅੰਤਰਜਾਮੀ ਜਾਣ, ਉਹ ਮੇਰਾ ਪਰਮਾਤਮਾ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭਨਾਂ ਦੇ ਦਿਲਾਂ ਦੀਆਂ ਜੋ ਗੁਪਤ ਗੱਲਾਂ ਨੇ ਉਹਨਾਂ ਸਾਰਿਆਂ ਨੂੰ ਜਾਣਦਾ ਹੈ। ਇਸ ਕਰਕੇ ਉਸ ਵਾਹਿਗੁਰੂ ਤੋਂ ਕੁਝ ਵੀ ਲੁਕਾ ਛੁਪਾ ਨਹੀਂ ਹੋ ਸਕਦਾ। ਬੰਦੇ ਕੋਲੋਂ ਝੂਠ ਬੋਲ ਕੇ ਬਚਿਆ ਜਾ ਸਕਦਾ ਹੈ, ਪਰ ਜੋ ਪਰਮਾਤਮਾ ਹੈ ਉਹ ਤਾਂ ਦਿਲ ਦੀਆਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹਦੇ ਅੱਗੇ ਝੂਠ ਬੋਲ ਕੇ ਛੁਟਕਾਰਾ ਨਹੀਂ ਹੋ ਸਕਦਾ ਹੈ। ਦਸ਼ਮੇਸ਼ ਪਿਤਾ ਕਲਗੀਧਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਕੌਤਕੀ ਸਨ। ਪਟਨਾ ਸਾਹਿਬ ਵਿਖੇ 5 ਸਾਲ ਦੀ ਅਵਸਥਾ ਤੱਕ ਰਹੇ। ਜਦ ਪਿਤਾ ਜੀ ਦੀ ਚਿੱਠੀ ਆ ਗਈ ਤਾਂ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਕਹਿਣਾ ਕੀਤਾ ਕਿ ਅਸੀਂ ਪੰਜਾਬ ਜਾਣਾ ਚਾਹੁੰਦੇ ਹਾਂ। ਮਾਤਾ ਜੀ ਕਹਿਣ ਲੱਗੇ, ਹੇ ਸਾਹਿਬਜ਼ਾਦਾ ਜੀ, ਆਪਾਂ ਇੱਥੇ ਬਹੁਤ ਸੁਖੀ ਹਾਂ। ਦਾਦੀ ਮਾਤਾ ਨਾਨਕੀ ਨੇ ਆਖਿਆ, ਮੈਂ ਉਹ ਬੜਾ ਭਿਆਨਕ ਸਮਾਂ ਵੇਖਿਆ ਹੈ। ਤੁਹਾਡੇ ਦਾਦਾ ਜੀ ਜੰਗਾਂ ਯੁੱਧਾਂ ਦੇ ਵਿੱਚ ਰਹੇ, ਪੰਜਾਬ ਦੇ ਵਿੱਚ ਬੜੀ ਬਿਪਤਾ ਚੱਲੀ। ਆਪਾਂ ਨੇ ਹੁਣ 4 ਦਿਨ ਸੌਖੇ ਰੱਬ ਨੇ ਦਿੱਤੇ ਨੇ, ਇੱਥੇ ਕੱਟ ਲਈਏ, ਆਪਾਂ ਪੰਜਾਬ ਨਹੀਂ ਜਾਣਾ। ਵੇਖੋ ਸਾਹਿਬਜ਼ਾਦਾ ਜੀ, ਸੰਗਤਾਂ ਤੁਹਾਡੀ ਕਿੰਨੀ ਸੇਵਾ ਕਰਦੀਆਂ, ਤੁਹਾਡੇ ਨਾਲ ਕਿੰਨਾ ਪਿਆਰ ਕਰਦੀਆਂ। ਆ ਵੇਖੋ ਕਿੰਨਾ ਤੁਹਾਨੂੰ ਪੂਜਾ ਪੇਟਾ ਕਰਦੀਆਂ ਨੇ। ਗੁਰੂ ਸਾਹਿਬ ਕਹਿਣ ਲੱਗੇ, ਮਾਤਾ ਜੀ, ਦੁਨੀਆ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੀ ਹੈ, ਤੁਹਾਨੂੰ ਨਹੀਂ ਪਤਾ? ਨਹੀਂ ਸਾਹਿਬਜ਼ਾਦਾ ਜੀ, ਦੇਖੋ। ਮਹਾਰਾਜ ਕਹਿੰਦੇ, ਅੱਛਾ ਤੁਹਾਨੂੰ ਦਿਖਾ ਦਿੰਦੇ ਹਾਂ। ਗੁਰੂ ਸਾਹਿਬ ਨੇ ਐਲਾਨ ਕੀਤਾ ਭਰੀ ਸੰਗਤ ਵਿੱਚ ਕਿ ਸਾਧ ਸੰਗਤ ਜੀ, ਆਪਾਂ ਸੋਨੇ ਦੀ ਪਾਲਕੀ ਦੇ ਵਿੱਚ ਵਿਚਰਨਾ ਚਾਹੁੰਦੇ ਹਾਂ, ਤੇ ਸੰਗਤਾਂ ਆਪਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜਾਂ ਸੋਨਾ ਭੇਟਾ ਕਰਨ। ਸਾਡੀ ਪਾਲਕੀ ਸਾਹਿਬ ਤੇ ਸੋਨਾ ਲੱਗੇ ਤਾਂ ਸੰਗਤਾਂ ਨੇ ਵਿੱਤੋਂ ਵੱਧ ਕੇ ਗੁਰੂ ਘਰ ਦੇ ਵਿੱਚ ਸੋਨਾ ਭੇਟਾ ਕੀਤਾ। ਗੁਰੂ ਸਾਹਿਬ ਨੇ ਸਾਰਾ ਵਲੇਟ ਕੇ ਉਹਨੂੰ ਚੰਗੀ ਤਰ੍ਹਾਂ ਤੋਲ ਕੇ ਮਿਣ ਕੇ, ਜਿਹੜਾ ਉੱਥੋਂ ਦਾ ਮਸੰਦ ਸੀ ਬਲਾਕੀ ਦਾਸ, ਉਸ ਨੂੰ ਫੜਾ ਦਿੱਤਾ। ਆਖਿਆ, ਗੁਰਮੁਖਾ, ਇਹ ਸਾਡੀ ਪਾਲਕੀ ਸਾਹਿਬ ਦੇ ਸੋਨਾ ਲਵਾ ਦੇਣਾ। ਕਹਿੰਦਾ ਜੀ, 7 ਵਚਨ। ਪਾਲਕੀ ਸਾਹਿਬ ਸੋਨੇ ਦੀ ਬਣ ਕੇ ਬਿਲਕੁਲ ਤਿਆਰ ਹੋ ਗਈ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਪਾਲਕੀ ਤਿਆਰ ਹੈ। ਉੱਤੋਂ ਬਸਤਰ ਉਤਾਰਿਆ। ਮਹਾਰਾਜ ਜੀ ਵੇਖਣ ਵਾਸਤੇ ਬਾਹਰ ਆਏ। ਸਾਹਿਬ ਕਹਿਣ ਲੱਗੇ, ਪਾਲਕੀ ਚੰਗੀ ਨਹੀਂ ਬਣੀ, ਮੇਰੇ ਪਸੰਦ ਨਹੀਂ ਹੈ, ਇਹਨੂੰ ਵਿਹੜੇ 'ਚ ਰੱਖੋ
ਇਹ 'ਤੇ ਬਾਲਣ ਸੁੱਟੋ, ਤੀਲੀ ਲਾ ਕੇ ਅੱਗ ਲਾ ਕੇ ਇਹਨੂੰ ਫੂਕ ਦਿਓ, ਇਹ ਨਹੀਂ ਮੈਨੂੰ ਚਾਹੀਦੀ। ਸਾਰੇ ਹੈਰਾਨ ਹੋ ਗਏ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਸੀ ਕਿ ਗੁਜਰੀ ਜੀ ਸਾਹਿਬਜ਼ਾਦੇ ਦੇ ਕਾਰਜ ਵਿੱਚ ਦਖਲ ਨਹੀਂ ਦੇਣਾ, ਇਹ ਖੁਦ ਪਰਮਾਤਮਾ ਅਵਤਰੇ ਨੇ, ਜੋ ਕਰਦੇ ਇਹਨਾਂ ਨੂੰ ਕਰਨ ਦਿਓ, ਇਹ ਜੋ ਕਰਨਗੇ ਭਲਾ ਕਰਨਗੇ। ਕੋਈ ਨਹੀਂ ਬੋਲਿਆ। ਸਤਿਗੁਰੂ ਜੀ ਦਾ ਹੁਕਮ ਮੰਨਿਆ, ਪਾਲਕੀ ਦੇ ਉੱਪਰ ਲੱਕੜਾਂ ਰੱਖ ਕੇ ਉਹਨੂੰ ਅਗਨ ਭੇਟ ਕਰ ਦਿੱਤਾ ਗਿਆ। ਤੇ ਜਿਸ ਵਕਤ ਉਹ ਸਭ ਕੁਝ ਸਵਾਹ ਹੋ ਗਿਆ, ਸੋਨਾ ਤਾਂ ਵਿੱਚੋਂ ਉਹ ਰੇਣੀ ਡਲੀ ਬਣ ਜਾਣਾ ਸੀ। ਤਾਂ ਮਹਾਰਾਜ ਨੇ ਆਖਿਆ ਬਈ ਸੋਨਾ ਕੱਢੋ, ਬਈ ਤਾਂਬਾ ਵੱਖ ਕਰੋ, ਸੋਨਾ ਵੱਖ ਕਰੋ। ਜਿੰਨਾ ਸੋਨਾ ਦਿੱਤਾ ਸੀਗਾ ਉਹ ਲਿਖਿਆ ਹੋਇਆ ਸੀ ਗੁਰੂ ਘਰ ਦੇ ਖਜ਼ਾਨੇ ਵਿੱਚੋਂ, ਇੰਨਾ ਸੋਨਾ ਮਸੰਦਾਂ ਨੂੰ ਗਿਆ। ਜਿੰਨਾ ਸੋਨਾ ਸੰਗਤ ਵੱਲੋਂ ਭੇਟਾ ਹੋਇਆ ਸੀ ਉਹ ਸਭ ਖਜ਼ਾਨੇ ਵਿੱਚ ਲਿਖਿਆ ਹੋਇਆ ਸੀ ਕਿ ਇੰਨਾ ਸੋਨਾ ਸੰਗਤ ਵੱਲੋਂ ਆਇਆ। ਮਾਰੇ ਕਹਿੰਦੇ ਲਿਆਓ ਬਈ ਖਾਤਾ। ਸੁਨਿਆਰੇ ਨੂੰ ਆਖਿਆ ਸੋਨਾ ਤੋਲੋ ਭਾਈ। ਆਖਿਆ ਆਓ ਮਾਤਾ ਜੀ, 5 ਸਾਲ ਦੀ ਅਵਸਥਾ ਦੇ ਵਿੱਚ ਪ੍ਰਭ ਮੇਰਾ ਅੰਤਰਜਾਮੀ ਜਾਣ, ਕਿਉਂਕਿ ਖੁਦ ਪਰਮਾਤਮਾ ਸੀਗੇ। ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਤਿਸ ਦੋਖ ਨਹੀਂ ਜਮ ਜਾਲਾ। ਉਹਨੂੰ ਕੋਈ ਛਲ ਨਹੀਂ ਸਕਦਾ। ਬੰਦਾ ਛਲਿਆ ਜਾ ਸਕਦਾ ਪਰ ਪਰਮਾਤਮਾ ਨੂੰ ਕੋਈ ਛਲ ਨਹੀਂ ਸਕਦਾ। ਸੋ ਗੁਰੂ ਮਹਾਰਾਜ ਨੇ ਆਖਿਆ ਸੋਨਾ ਤੋਲੋ। 10ਵਾਂ ਹਿੱਸਾ ਵੀ ਸੋਨਾ ਨਹੀਂ ਨਿਕਲਿਆ। ਕਹਿੰਦੇ ਵੇਖੋ ਮਾਤਾ ਜੀ ਕਿੱਡੇ ਲੋਕ ਇੱਥੋਂ ਦੇ ਬੇਈਮਾਨ ਨੇ। ਆ ਤੁਹਾਡੇ ਸਾਹਮਣੇ ਖੜਾ ਨੂੰ ਪੁੱਛੋ, ਗੁਰੂ ਘਰ ਦੀ ਚੋਰੀ ਕੀਤੀ? ਦੱਸੋ ਬਈ, ਭਲਾ ਕੀ ਦੱਸਾਂ? ਗੁਰੂ ਘਰ ਦਾ ਸੋਨਾ ਚੋਰੀ ਕੀਤਾ? ਤੂੰ ਕੀ ਸਮਝਿਆ ਸਾਨੂੰ? ਮਾਤਾ ਜੀ ਆਪਾਂ ਨੇ ਇੱਥੇ ਰਹਿਣਾ, ਆਪਾਂ ਚੱਲੇ। ਇਸ ਬਹਾਨੇ ਨਾਲ ਮਾਰੇ ਨੇ ਤਿਆਰਾ ਕੀਤਾ। ਸੋ ਮੇਰਾ ਪ੍ਰਕਰਨ ਹੈ ਅੰਤਰਜਾਮੀ ਸਭ ਵਿਦ ਜਾਣੈ, ਤਿਸ ਤੇ ਕਹਾਂ ਦੁਲਾਰਿਓ। ਜਿਹੜਾ ਅੰਤਰਜਾਮੀ ਮਨ ਦੀਆਂ ਵਿਧੀਆਂ ਨੂੰ ਜਾਣਦਾ, ਤੂੰ ਉਹ ਤੋਂ ਕਾਹਦਾ ਲੁਕਾ ਰੱਖਦਾ ਭਾਈ? ਸੱਚ ਬੋਲੋ ਤੇ ਆਪ ਦਾ ਛੁਟਕਾਰਾ ਕਰਾਓ। ਚੇਤੋ ਮਸੰਦ ਨੂੰ ਕਲਗੀਧਰ ਮਹਾਰਾਜ ਨੇ ਆਖਿਆ, ਇਹ ਚੇਤੋ ਆ ਸਿੱਖ ਖੜਾ ਹੈ, ਇਹ ਤੇਰੀ ਸ਼ਿਕਾਇਤ ਕਰ ਰਿਹਾ ਹੈ ਕਿ ਇਹਨੇ ਜੜਾਊ ਜੜਿਆ ਚੂੜਾ ਤੈਨੂੰ ਗੁਰੂ ਘਰ ਦੀ ਭੇਟਾ ਵਾਸਤੇ ਭੇਟਾ ਕੀਤਾ ਸੀਗਾ, ਪਰ ਤੂੰ ਸਾਨੂੰ ਚੂੜਾ ਦਿਖਾਇਆ ਨਹੀਂ। ਮੇਰਾ ਵੀਰ ਬਣ ਤੇ ਆਪਦੇ ਘਰੋਂ ਚੂੜਾ ਲਿਆ ਕੇ, ਸਿੱਖ ਦੀ ਭਾਵਨਾ ਹੈ, ਇੱਕ ਵਾਰ ਸਾਨੂੰ ਦਰਸ਼ਨ ਕਰਾ ਦੇ, ਸਿੱਖ ਦੇ ਸਾਹਮਣੇ ਸਾਨੂੰ ਭੇਟਾ ਕਰ ਦੇ, ਅਸੀਂ ਸਿੱਖ ਨੂੰ ਦਿਖਾ ਕੇ ਇਹਦੀ ਅਰਦਾਸ ਪ੍ਰਵਾਨ ਕਰੀਏ, ਮੁੜ ਕੇ ਚੂੜਾ ਤੂੰ ਲੈ ਜਾਈਂ, ਆਪਦੇ ਘਰ ਰੱਖ ਲਈ। ਕਹਿਣ ਲੱਗਾ ਨਹੀਂ ਮਹਾਰਾਜ, ਇਸ ਕੰਗਲੇ ਭੁੱਖੇ ਨੰਗੇ ਸਿੱਖ ਦੇ ਆਖੇ ਲਾ ਕੇ ਅਸੀਂ ਏਡੇ ਏਡੇ ਵੱਡੇ ਗੁਰੂ ਘਰ ਦੇ ਮਸੰਦ, ਤੁਹਾਡੇ ਪਿਤਾ ਜੀ ਦਾਦਾ ਜੀ ਤੋਂ ਸੇਵਾ ਕਰਦੇ ਗੁਰੂ ਘਰ ਦੇ ਵਿੱਚ ਮੁੱਢ ਕਦੀਮਾਂ ਦੇ ਰਹਿ ਰਹੇ ਹਾਂ, ਤੁਸੀਂ ਸਾਨੂੰ ਸਾਰਿਆਂ ਦੇ ਸਾਹਮਣੇ ਝੂਠਾ ਪਾ ਰਹੇ ਹੋ। ਪਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੱਚੇ ਸੁੱਚੇ ਸਨ, ਔਰ ਜੋ ਗੱਲ ਕਰਨੀ ਮੂੰਹ ਤੇ ਕਰ ਦਿੰਦੇ ਸਨ, ਕੋਈ ਗੁੱਸਾ ਮੰਨੇ ਰਾਜੀ ਮੰਨੇ, ਵੱਡਾ ਛੋਟਾ ਨਹੀਂ ਸਨ ਦੇਖਦੇ। ਆਖਿਆ ਚੇਤੋ ਦੇਖ ਲਾ, ਅਜੇ ਵੀ ਸੋਚ ਲਾ, ਜੇ ਤੇਰੇ ਕੋਲੋਂ ਚੂੜਾ ਬਰਾਮਦ ਹੋ ਗਿਆ ਮੁੜ ਕੇ ਤੈਨੂੰ ਸਜ਼ਾ ਬੜੀ ਵੱਡੀ ਮਿਲੇਗੀ। ਮੇਰੀ ਬੇਨਤੀ ਮੰਨ ਤੇ ਗਰੀਬ ਸਿੱਖ ਦੀ ਭਾਵਨਾ ਪੂਰੀ ਕਰ ਦੇ। ਆਪਾਂ ਚੂੜਾ ਕੀ ਕਰਨਾ? ਕਹਿੰਦਾ ਨਹੀਂ ਮਹਾਰਾਜ, ਮੈਂ ਮਾਤਾ ਜੀ ਵਾਸਤੇ ਚੂੜਾ ਭੇਟਾ ਕੀਤਾ ਹੈ ਜੀ, ਤੇ ਇਹਨੂੰ ਦਿੱਤਾ ਸੀਗਾ। ਮਹਾਰਾਜ ਨੇ ਖਜ਼ਾਨਚੀ ਬੁਲਾਇਆ, ਕਹਿੰਦੇ ਜੀ ਬਈ ਖਾਤੇ 'ਚ ਨਹੀਂ ਚੜਿਆ, ਮਾਤਾ ਜੀ ਕੋਲ ਨਹੀਂ ਪਹੁੰਚਿਆ। ਮਹਾਰਾਜ ਕਹਿੰਦੇ ਮੈਨੂੰ ਵੀ ਨਹੀਂ ਦਿਖਾਇਆ। ਉਹ ਸਾਫ ਹੀ ਮੁੱਕਰ ਗਿਆ। ਮਹਾਰਾਜ ਕਹਿੰਦੇ ਬੈਠ ਜਾ। ਗੁਰੂ ਸਾਹਿਬ ਨੇ ਇੱਕ ਸਿੱਖ ਬੁਲਾਇਆ, ਉਹਦੇ ਕੰਨ ਵਿੱਚ ਪਤਾ ਨਹੀਂ ਕੀ ਆਖਿਆ। ਉਹ ਘਰ ਗਿਆ ਤੇ ਜਿੱਥੇ ਚੂੜਾ ਪਿਆ ਹੋਇਆ ਸੀ, ਅੰਤਰਜਾਮੀ ਪਾਤਸ਼ਾਹ ਦੀ ਨਿਸ਼ਾਨਦੇਹੀ ਤੇ ਸਿੱਖ ਨੇ ਚੂੜਾ ਬਰਾਮਦ ਕੀਤਾ, ਉਹਦੇ ਸਾਹਮਣੇ ਗੁਰੂ ਸਾਹਿਬ ਦੇ ਲਿਆ ਕੇ ਭੇਟਾ ਕੀਤਾ। ਕਹਿੰਦਾ ਜੀ ਹਾਂ, ਇਹੀ ਚੂੜਾ ਮੇਰਾ ਹੈ, ਮੈਨੂੰ ਦਿੱਤਾ ਸੀਗਾ। ਉਹ ਫਿਰ ਵੀ ਨਾ ਮੰਨੇ। ਕਹਿੰਦੇ ਜੀ ਤੁਸੀਂ ਮੈਨੂੰ ਝੂਠਾ ਕਰਨ ਵਾਸਤੇ ਤੇ ਬਾਹਰੋਂ ਲਿਆ ਦਿੱਤਾ ਹੋਏਗਾ, ਮੈਂ ਤਾਂ ਆਪਦੇ ਕੋਲ ਰੱਖਿਆ ਨਹੀਂ, ਮੈਂ ਤਾਂ ਜੋ ਕੁਛ ਹੈ ਸਾਰਾ ਕੁਛ ਭੇਟਾ ਕਰ ਦਿੱਤਾ। ਤੇ ਜਾਂ ਇਹਨੂੰ ਚੇਤਾ ਭੁੱਲ ਗਿਆ ਹੋਵੇਗਾ,
ਤੋ ਇਸ ਤਰ੍ਹਾਂ ਗਲਤ ਗੱਲਾਂ ਕਰਨ ਲੱਗ ਪਿਆ। ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਦੀ ਭਾਵਨਾ ਪੂਰੀ ਕੀਤੀ, ਉਹਦੀ ਅਰਦਾਸ ਮੰਨੀ, ਜੋ ਉਹਦੀ ਮਨੋਕਾਮਨਾ ਪੂਰੀ ਕਰਕੇ ਉਹਨੂੰ ਮੁਕਤ ਕੀਤਾ ਤੇ ਚੂੜੇ ਦੀ ਭੇਟਾ ਪ੍ਰਵਾਨ ਕੀਤੀ। ਫਿਰ ਗੁਰੂ ਸਾਹਿਬ ਨੇ ਫੜ ਮਸੰਦਾਂ ਨੂੰ ਪੂਛਾਂ ਤੋਂ ਐਸਾ ਕਮਾਇਆ ਵੀ ਉਹ ਡਰਦੇ ਮਾਰੇ ਮਾਤਾ ਜੀ ਦੇ ਪੈਰੀਂ ਡਿੱਗੇ। ਜਿਹੜੇ ਗੁਰਮੁਖ ਸਨ, ਭਗਤੀ ਵਾਲੇ ਸੀਗੇ, ਮਹਾਰਾਜ ਨੇ ਉਹਨਾਂ ਨੂੰ ਵੀ ਤਲਬ ਕਰ ਲਿਆ ਵੀ ਆਪਦਾ ਸਪਸ਼ਟੀਕਰਨ ਦਿਓ, ਕਿੰਨੀ ਭੇਟਾ ਲਿਆਂਦੀ, ਕਿੰਨੀ ਇੱਥੇ ਮੇਰੇ ਕੋਲ ਜਮ੍ਹਾਂ ਕਰਾਈ, ਕਿੰਨੀ ਤੁਹਾਡੇ ਪਾਸ ਹੈ। ਕਈ ਵਿਚਾਰੇ ਡਰਦੇ ਤਾਂ ਭੱਜ ਹੀ ਗਏ, ਕਈ ਮਾਤਾ ਜੀ ਦੀ ਸਿਫਾਰਿਸ਼ ਦੇ ਬਚੇ। ਮਹਾਰਾਜ ਨੇ ਫੜ ਪੂਛਾਂ ਤੋਂ ਘੁਮਾ ਉਹਨਾਂ ਨੂੰ ਮਾਰਿਆ, ਉਹਨਾਂ ਦੇ ਪਾਪ ਝਾੜੇ, ਤੱਤਾ ਤੇਲ ਦਾ ਕੜਾਇਆ ਕਰਕੇ ਜਿਉਂਦੇ ਪਕੌੜਾ ਬਣਾ ਦਿੱਤਾ। ਆਖਿਆ ਪੁੱਤ ਇੱਥੇ ਲੇਖਾ ਦੇ ਦਿਓਗੇ, ਉੱਪਰ ਬਹੁਤਾ ਕਸ਼ਟ ਨਹੀਂ ਚੱਲਣਾ ਪਏਗਾ। ਇਉਂ ਗੁਰੂ ਘਰ ਦਾ ਸੋ ਇਸ ਤਰ੍ਹਾਂ ਕਰਕੇ ਤੇ ਫਿਰ ਸਜ਼ਾ ਭੁਗਤਣੀ ਪੈਂਦੀ ਹੈ। ਧਰਮ ਰਾਜਾ ਲੇਖਾ ਲਊਗਾ। ਗੁਰੂ ਘਰ ਦੀ ਸਜ਼ਾ ਗੁਰੂ ਘਰ ਵਿੱਚ ਹੀ ਪੂਰੀ ਕਰੋ। ਐਸੇ ਮਹਾਰਾਜ ਸੱਚੇ ਸੁੱਚੇ ਸਨ, ਝੂਠ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੇ, ਪਖੰਡ ਦੇ ਤੇ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਜਾਂਦੇ। ਸ੍ਰੀ ਦਸਮ ਗ੍ਰੰਥ ਦੇ ਵਿੱਚ ਅਕਾਲ ਉਸਤਤ ਦੇ ਵਿੱਚ ਮਹਾਰਾਜ ਦੇ ਬੇਅੰਤ ਐਸੇ ਬਚਨ ਹਨ। ਕਹਿੰਦੇ ਪਖਾਨ ਪੂਜ ਹੋ ਨਹੀਂ, ਮੈਂ ਪੱਥਰ ਦੀ ਪੂਜਾ ਨਹੀਂ ਕਰਦਾ। ਆँख मूंद को डिम्ब दिखावे, अंदर की पदवी कह पावे। लोग झूठ बोल के गुजारा करते हैं, अखा बंद करके ते वो गंढे का रस ते या कौड़ा तेल अखा ते ला के कहना भी मैं बहुत वैरागी हाँ। झूठ बोल के पूजा भेटा लेंदे। अकाल उस्ताद दे विच बचन है, कहते भेख दिखाए जगत को लोगन को बस कीन, अंत काल काती कटियो बास नरक मोहलीन। ਜਿਹੜਾ ਜਗਤ ਨੂੰ ਭੇਖ ਦਿਖਾ ਕੇ ਲੁੱਟਦਾ ਹੈ, ਅੰਤ ਦੇ ਸਮੇਂ ਕਾਲ ਦੀ ਛੁਰੀ ਨਾਲ ਕੱਟਿਆ ਜਾਂਦਾ ਹੈ ਔਰ ਉਹਦਾ ਨਰਕਾਂ ਵਿੱਚ ਵਾਸਾ ਹੁੰਦਾ ਹੈ। ਸੋ ਕਲਗੀਧਰ ਦਸ਼ਮੇਸ਼ ਪਿਤਾ ਦੀ ਐਸੇ ਅਨੇਕ ਕੌਤਕ ਨੇ। ਇੱਕ ਵਾਰ ਵਿਸਾਖੀ ਦੇ ਜੋੜ ਮੇਲੇ ਤੇ ਗੁਰੂ ਸਾਹਿਬ ਨੇ ਸੰਗਤ ਨੂੰ ਰੋਕ ਲਿਆ, ਜਾਣ ਬੁੱਝ ਕੇ ਆਖਿਆ ਭਾਈ ਕਿਸੇ ਆਪਦੇ ਘਰ ਨੂੰ ਨਹੀਂ ਜਾਣਾ, ਸਾਡੀ ਆਗਿਆ ਤੋਂ ਬਗੈਰ ਜਿੰਨਾ ਚਿਰ ਆਗਿਆ ਨਹੀਂ ਉਹਨਾਂ ਚਿਰ ਇੱਥੇ ਰਹਿਣਾ, ਇੱਥੇ ਸੇਵਾ ਕਰੋ, ਦਰਸ਼ਨ ਮੇਲੇ ਦਿਓ ਤੇ ਕਰੋ। ਬੜੀਆਂ ਰੌਣਕਾਂ ਲੱਗੀਆਂ ਨੇ, ਘਰ ਨਹੀਂ ਕਿਸੇ ਜਾਣਾ। ਆਮ ਤੌਰ 'ਤੇ ਸੰਗਤਾਂ ਕੋਈ 2 ਦਿਨ, ਕੋਈ 4 ਦਿਨ, ਕੋਈ ਹਫ਼ਤਾ ਖੰਡ ਰਹਿੰਦਾ, ਫਿਰ ਆਪੋ ਆਪਣੇ ਬੱਚਿਆਂ ਦੀ ਸੰਭਾਲ ਕਰਦਾ, ਕੋਈ ਖੇਤੀ, ਕੋਈ ਦੁਕਾਨ। ਜਾਂ ਸੰਗਤ ਰੁਕ ਗਈ ਤਾਂ ਕਈ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਇੱਕ ਜਥੇ ਨੇ ਐਸਾ ਸਟੰਟ ਕੀਤਾ, ਯਾਨੀ ਡਰਾਮਾ ਰਚਿਆ ਕਿ ਉਹਨਾਂ ਨੇ ਇੱਕ ਆਪਦੇ ਸਾਥੀ ਨੂੰ ਮੁਰਦਾ ਬਣਾ ਕੇ ਸੀੜੀ ਤੇ ਲੰਮੇ ਪਾ ਕੇ ਉਹਤੇ ਚਿੱਟਾ ਕੱਪੜਾ ਪਾ ਕੇ ਰੱਸੀਆਂ ਬੰਨ੍ਹ ਦਿੱਤੀਆਂ ਤੇ ਮਗਰ ਰਾਮ ਨਾਮ ਸਤ ਹੈ, ਸਤਨਾਮ ਵਾਹਿਗੁਰੂ ਕੀਰਤਨ ਸ਼ੁਰੂ ਕਰ ਦਿੱਤਾ। ਆਪ ਮਗਰ ਪਹਿਰੇਦਾਰਾਂ ਨੇ ਰੋਕਿਆ, ਓਏ ਕਿੱਥੇ ਜਾ ਰਹੇ, ਓਏ ਇੱਧਰ ਆਓ, ਮਹਾਰਾਜ ਦਾ ਹੁਕਮ ਨਹੀਂ ਹੈ, ਸ਼ਹਿਰ ਤੋਂ ਬਾਹਰ ਕਿਉਂ ਚੱਲੇ ਹੋ? ਕਹਿੰਦੇ ਜੀ ਸਾਡਾ ਬੰਦਾ ਮਰ ਗਿਆ, ਉਹਨੂੰ ਫੂਕਣ ਚੱਲੇ ਆ, ਸੰਸਕਾਰ ਕਰਨਾ। ਕਹਿੰਦੇ ਨਹੀਂ। ਗੁਰੂ ਸਾਹਿਬ ਦੀ ਆਗਿਆ ਲਈ ਹੈ? ਕਹਿੰਦੇ ਜੀ ਨਹੀਂ। ਮਹਾਰਾਜ ਨੂੰ ਦੱਸਿਆ ਨਹੀਂ, ਇੱਥੇ ਖੜ੍ਹ ਜਾਓ, ਮਹਾਰਾਜ ਨੂੰ ਸੁਨੇਹਾ ਜਾਏਗਾ, ਸਾਹਿਬ ਆਗਿਆ ਦੇਣਗੇ, ਫਿਰ ਤੁਹਾਨੂੰ ਬਾਹਰ ਜਾਣ ਦਿਆਂਗੇ। ਕਲਗੀਧਰ ਮਹਾਰਾਜ ਕਹਿੰਦੇ ਭਾਈ ਸਾਨੂੰ ਦੱਸਿਆ ਹੀ ਨਹੀਂ, ਸਾਡਾ ਪਿਆਰਾ ਸਿੱਖ ਚੜ੍ਹਾਈ ਕਰ ਗਿਆ, ਅਸੀਂ ਆਪਦੇ ਹੱਥੀਂ ਉਹਨੂੰ ਲਾਂਬੂ ਲਾਵਾਂਗੇ? ਮਹਾਰਾਜ ਕਹਿੰਦੇ ਹਾਂ ਭਾਈ। ਕਹਿੰਦੇ ਸਾਡਾ ਬੰਦਾ ਚੜ੍ਹਾਈ ਕਰ ਗਿਆ। ਮਹਾਰਾਜ ਕਹਿੰਦੇ ਰੱਖੋ ਚਿਖਾ ਤੇ, ਬਾਹਰ ਕੀ ਕਰਨ ਜਾਣਾ, ਇੱਥੇ ਮੇਰੇ ਸਾਹਮਣੇ ਸੰਸਕਾਰ ਕਰੋ। ਮੈਂ ਰੱਬ ਦੇ ਚਰਨਾਂ 'ਚ ਅਰਦਾਸ ਕਰਨਾ, ਮਹਾਰਾਜ ਇਹਨੂੰ ਸੱਚਖੰਡ ਵਾਸਾ ਦੇ, ਲਾਓ ਲਾਂਬੂ। ਜਦ ਅਗਨ ਭੇਟ ਕੀਤਾ, ਅੱਗ ਦੇ ਭਾਂਬੜ ਮੱਚੇ ਤੇ ਉਹਨੇ ਚਾਦਰ ਚੁਦਰ ਲਾ ਕੇ ਉਹ ਮਾਰੀ, ਰੱਸੀਆਂ ਤੋੜ ਕੇ ਮਹਾਰਾਜ ਹੱਸ ਪਏ, ਕਹਿੰਦੇ ਆ ਵੇਖ ਲਓ, ਰੱਬ ਨੇ ਅਰਦਾਸ ਸੁਣ ਲਈ ਵੀ ਮੁਰਦਾ ਜਿਉਂਦਾ ਹੋ ਗਿਆ। ਓਏ ਕਮਲਿਓ, ਜੇ ਪਿੰਡ ਜਾਣਾ ਸੀ ਤਾਂ ਮੈਨੂੰ ਦੱਸ ਦਿੰਦੇ, ਮੈਂ ਤੁਹਾਨੂੰ ਕੀ ਕਹਿਣਾ ਸੀ? ਮੈਂ ਤਾਂ ਇਹੀ ਵੇਖ ਰਿਹਾ ਸੀ ਵੀ ਕਿੰਨਾ ਕੁ ਤੁਹਾਡਾ ਪਿਆਰ, ਕਿੰਨੀ ਕੁ ਸ਼ਰਧਾ, ਕਿੰਨਾ ਕੁ ਤੁਸੀਂ ਮੇਰਾ ਹੁਕਮ ਮੰਨਦੇ ਹੋ। ਉਹ ਕਹਿੰਦੇ ਜੀ ਅਸੀਂ ਬੜੇ ਸਿੱਖ ਹਾਂ ਜੀ, ਬੜੇ ਸਿਦਕੀ ਹਾਂ ਜੀ। ਚੰਗੇ ਤੁਸੀਂ ਸਿੱਖ ਹੋ ਭਾਈ, ਆਖੇ ਤਾਂ ਲੱਗਦੇ ਨਹੀਂ, ਚਲੋ ਜਾਓ। ਮੈਂ ਤੁਹਾਡੇ ਕੋਲ ਹਲ ਵਾਹੁਣਾ, ਖੇਤੀ ਕਰਾਉਣੀ। ਮੇਰੇ ਮਨ 'ਚ ਪਿਆਰ ਆਇਆ ਵੀ 4 ਦਿਨ ਸੰਗਤਾਂ ਦੇ ਦਰਸ਼ਨ ਹੋਣਗੇ, ਰੌਣਕ ਮੇਲਾ ਬਣਿਆ, ਜਾਓ ਭਾਈ ਆਪੋ ਆਪਣੇ ਘਰਾਂ ਨੂੰ ਜਾਓ। ਪਰ ਇਸ ਤਰ੍ਹਾਂ ਕਦੀ ਨਹੀਂ ਜੇ ਕਰਨਾ। ਤੁਸੀਂ ਮੈਨੂੰ ਕੀ ਸਮਝਿਆ ਵੀ ਮੈਨੂੰ ਪਤਾ ਨਹੀਂ ਹੈ?
तो ऐसे गुरु महाराज सच्चे पातशाह सब दुनिया को झूठ बोलो पर आपके घरदियां को गुरुद्वारे कभी झूठ ना बोलो। बोलना तो किते भी नहीं चाहिए, पर जो माँ प्यो ते गुरु महाराज ने वो रब का रूप होंगे ने, रब तो है ही बड़ा रब। तो इस वास्ते पंजवें पातशाह समझा रहे हैं, अंतरजामी साबित जन, हे भाई अंदर दी जानने वाला परमेश्वर सारिया विधियां भाव जुगतियां नूं जानदा है। तिसते कहाँ दुलारिओ, तू किस वास्ते ਉਹਦੇ ਤੋਂ ਲੁਕਾ ਛਿਪਾ करदा है? सच बोल के अपना छुटकारा क्यों नहीं करा लेंदा भाई? जान बूझ के बावरे ते काज बिगाड़ो, अपना आप तू बनाया होया है, वाधू का सिर ते भार पाया होया। एक झूठ छुपाउण दी खातर 100 झूठ होर बोलना पैंदा, एक सच बोल के ते झट मन हौला हो जाता। हस्त भाव झरे खिन भीतर, तदों तेरे हथ पैर एक खिन दे विच झड़ जाणगे, भाव स्वाह हो जाणगे। अगन संग लै जा रहे हो, जदों तेरे शरीर नूं लैके भाव चिखा ते रख के अग नाल जाल दिता, साड़ दिता, या हे जीव अगन संग लै जा रहे हो। जिस वक्त हस्त भाव झरे खिन भीतर, तेरे हथ मंद कर्मां विच जान करके एक खिन विच ही झड़ जाणगे जां झड़ गए, पैर को संगत में जाते तो झड़ गए, तो एक खिन दे काल विच ही ते नाल ही काल रूपी अग ने तैनूं लैके साड़ देना है। क्योंकि हर जीव काल सदा सिर उपर ठाडे, जन्म जन्म वैराई। मूढ़े हे मूर्ख जीव, तै मन ते राम विसारिओ, तू आपदे मन तो रमनती सा रामा परमेश्वर दे नाम नूं क्यों भुला छड्डिया है? लूण खाए करे हराम खोरी, जिस थाली च खाना उसे जी शेक करदा है। जिस परमेश्वर दा तू लूण खाना है, खा के ते हराम खोरी भाव दे दिते होए खट्टे मिठे सलूने पदार्थां नूं खा के हराम दे खाण दी क्रिया कर रहे हैं। मतलब नमक हरामी भाव निखित पुणे वाले काम करदा पिया है। जिस दा दिता खावना तिस कहिए शाबाश, जिहदा दिता खा रहे हैं उन्होंने तो धन कहना चाहिए। खांदा तू रब दा है, सोहले तू दुनिया दे गाउंदा पिया है। मैनू फलाने पीर ने बख्शिश की ते फलानी देवी तो कृपा हुई, भेटा किसे दियां सोहले किसे दे गा रहे, देण वाला कोई है। जे बहुता ही बंदा आखे तो जन्म तो पहला किन्ने पालना की। जिस समय विच माता दे भी वस विच कुछ नहीं सीगा, उस समय तो परमात्मा ने बांह फड़ी, प्रतपाल माता उद रखै, लगन देत न सेक, सोई स्वामी इहाँ रखै, बूझ बुद्ध विवेक, मेरे मन नाम की कर टेक। उदों रब तो बगैर कौन रखदा सी दसो बई? मतलब जन्म तो पहला भी उहदा ही दिता खादा, फिर जन्म हुंदियां सार उसे परमात्मा का दिता खा रहे हैं, करदियां निखिद कर्म। ਵੇਖਤ ਨੈਣ ਵਿਦਾਰਿਓ, ਅੱਖਾਂ ਨਾਲ ਵੇਖਦਿਆਂ ਵੇਖਦਿਆਂ ਤੇਰੇ ਸਾਰੇ ਸੰਬੰਧੀ ਨਾਸ਼ ਹੋ ਗਏ। ਵੇਖਦਿਆਂ ਵੇਖਦਿਆਂ ਨੇਤਰਾਂ ਦੇ ਸੰਸਾਰ ਨਾਸ਼ ਹੋ ਰਿਹਾ ਹੈ। ਜਾਂ ਜਿਵੇਂ ਤੂੰ ਜਗਤ ਨੂੰ ਨਾਸ਼ ਹੁੰਦਾ ਵੇਖਦਾ ਹੈ, ਤਿਵੇਂ ਤੇਰਾ ਸਰੀਰ ਵੀ ਨਾਸ਼ ਹੋ ਜਾਣਾ ਹੈ। ਇਸੇ ਪ੍ਰਕਾਰ ਲੂਣ ਖਾਏ ਕਰੈ ਹਰਾਮ ਖੋਰੀ, ਤੂੰ ਲੂਣ ਖਾ ਕੇ हरामखोरी करदा, भाव हरी दे दिते हुए पदार्थ खा के नाम क्यों नहीं जपदा? वो परमेश्वर ਵੇਖਤ नैन विदारिओ, तैनू नेत्रां दे नाल वेखदा पिया है भी की तू बांदर टपूसनियां मार रहा, रब दा नाम जपदा ही नहीं, होरना कम्मां दे विच भज्जा फिरदा है, पर तू उसनूं दूर कर छड्डिया। वो तां वेख रिहा ते तू उहनूं दूर समझ छड्डिया है। या परमेश्वर दा अखां नाल वेखदा पर तू उहदे तों लुका छुपा कर छड्डिया। रहाओ विश्राम दे के फरमाउंदे ने, असाध रोग उपजिओ तन भीतर, इसे करके ही आप दियां कीतियां करतूतां करके ही तेरे शरीर दे विच जिहड़ा असाध कहिंदे ना साधे जाण वाला, जिहदा इलाज ही कोई ना होए, काम का रोग, क्रोध आदि विकारां का या अज्ञान का या हौमे का असाध रोग तेरे शरीर विच तेरे मन विच पैदा हो गया है।
ਜਿਹਦਾ ਇਲਾਜ ਹੀ ਕੋਈ ਨਹੀਂ, ਜਿਹੜਾ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋ ਸਕਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ, ਟਰਤ ਨ ਕਾਹੂ ਟਾਰਿਓ। ਜੋ ਟਾਲਿਆ ਹੋਇਆ ਕਿਸੇ ਯੱਗ ਤਪ ਦਾਨ ਆਦਿ ਕਰਕੇ ਜਾਂ ਕਿਸੇ ਹੋਰ ਸਾਧਨ ਕਰਕੇ ਟਲਦਾ ਨਹੀਂ ਹੈ। ਪ੍ਰਭ ਬਿਸਰਤ ਮਹਾ ਦੁਖ ਪਾਇਓ। ਮਤਲਬ ਕਹਿਣ ਦਾ ਵੀ ਜਿਹੜੇ ਵਿਕਾਰ ਨੇ ਨਾਮ ਤੋਂ ਬਗੈਰ ਨਹੀਂ ਟਲਦੇ ਨੇ, ਭਾਵੇਂ ਯੱਗ ਕਰ ਲੈ, ਭਾਵੇਂ ਤਪ ਕਰ ਲੈ, ਭਾਵੇਂ ਦਾਨ ਕਰ ਲੈ। ਹੇ ਜੀਵ, ਤੈਨੂੰ ਪਤਾ ਸਭ ਕੁਛ ਹੈ, ਪਰ ਫਿਰ ਵੀ ਤੂੰ ਪਰਮੇਸ਼ਰ ਨੂੰ ਬਿਸਰਤ ਭੁੱਲਣੇ ਕਰਕੇ ਮਹਾ ਦੁੱਖ ਪਾਇਓ। ਬੜਾ ਭਾਰੀ ਇੱਥੇ ਸੰਸਾਰ ਵਿੱਚ ਵੀ ਸਰੀਰਕ ਤੇ ਮਾਨਸਿਕ ਦੁੱਖ ਪਾਇਆ ਹੈ। ਰੱਬ ਨਹੀਂ ਕਿਸੇ ਨੂੰ ਦੁਖੀ ਕਰਕੇ ਰਾਜੀ, ਉਹ ਤਾਂ ਸਗੋਂ ਆਪ ਦੁਖੀ ਹੁੰਦਾ ਜੇ ਕੋਈ ਦੁਖੀ ਵੇਖਦਾ। ਇਨਸਾਨ ਆਪ ਦੀਆਂ ਕੀਤੀਆਂ ਕਰਤੂਤਾਂ ਕਰਕੇ ਦੁਖੀ ਹੁੰਦਾ ਹੈ, ਜੋ ਉਹਨੇ ਮਾੜੇ ਕਰਮ ਕੀਤੇ ਨੇ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਬਿਲਕੁਲ ਸਾਫ਼ ਅੱਖਰਾਂ 'ਚ ਲਿਖਿਆ ਹੋਇਆ ਹੈ, ਵਾੜ ਵਡੰਗ ਕੋਈ ਵੀ ਨਹੀਂ, ਕਥਾ ਦੀ ਵੀ ਨਹੀਂ ਲੋੜ, ਪੰਜਾਬੀ ਬੋਲੀ ਸਿੱਧੀ ਸਮਝ ਆ ਰਹੀ ਹੈ। ਧਨਾਸਰੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਧਨਾਸਰੀ ਰਾਗ ਜੀ ਫਰਮਾਉਂਦੇ ਨੇ ਕਿ ਮਹਾਰਾਜ ਦੁਨੀਆ ਦੁਖੀ ਕਿਉਂ ਹੈ। ਸਾਹਿਬ ਕਹਿੰਦੇ, ਜੀਉ ਤਪਤ ਹੈ ਬਾਰੋ ਬਾਰ। ਜੀਵਾਤਮਾ ਤਪ ਰਿਹਾ, ਬਾਰ ਬਾਰ ਤਪ ਤਪ ਖਪੈ ਬਹੁਤ ਬੇਕਾਰ। ਵਿਕਾਰਾਂ ਦੇ ਵਿੱਚ ਤਪ ਤਪ ਕੇ ਖਪ ਰਿਹਾ, ਕਿਉਂ? ਜੈ ਤਨ ਬਾਣੀ ਵਿਸਰ ਜਾਏ। ਇੱਥੇ ਤਨ ਦਾ ਅਰਥ ਮਨ ਹੈ, ਜਿਸ ਦੇ ਮਨ ਦੇ ਵਿੱਚੋਂ ਧੁਰ ਕੀ ਬਾਣੀ ਵਾਹਿਗੁਰੂ ਦੀ ਨਾਮ ਬਾਣੀ ਭੁੱਲ ਜਾਂਦੀ ਹੈ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਮੀਨਿੰਗ ਕੋੜੀ, ਮਤਲਬ ਜਿਹੜਾ ਠੀਕ ਨਾ ਹੋਵੇ, ਜਿਹਦਾ ਰੋਗ ਪੱਕ ਜਾਵੇ, ਤੋ ਐਸੇ ਰੋਗੀ ਦੀ ਤਰ੍ਹਾਂ ਉਹ ਵਿਰਲਾਪ ਕਰਦਾ। ਇਨਸਾਨ ਆਪਦੇ ਕੀਤੇ ਕਰਮਾਂ ਕਰਕੇ ਰੋਂਦਾ, ਮਹਾਰਾਜ ਨਹੀਂ ਕਿਸੇ ਨੂੰ ਰਵਾਉਂਦਾ ਹੈ। ਇਹੋ ਨਾਨਕ ਤਤ ਵਿਚਾਰਿਓ। ਸਤਿਗੁਰੂ ਮਹਾਰਾਜ ਕਹਿੰਦੇ, ਤੁਸੀਂ ਐਵੇਂ ਨਾ ਸਮਝੋ ਵੀ ਐਵੇਂ ਹੀ ਕਿਵੇਂ ਆਪਾਂ ਬੋਲੀ ਗਏ ਹਾਂ। ਇਹ ਜੋ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ, ਪਹਿਲੀ ਗੱਲ ਤਾਂ ਇਹ ਗੱਲਾਂ ਨਹੀਂ, ਇਹ ਧੁਰ ਕੀ ਬਾਣੀ ਹੈ। ਤੇ ਜੇ ਤੁਸੀਂ ਸਾਡੀਆਂ ਵੀ ਸਮਝੋ ਤਾਂ ਇਹ ਵਿਚਾਰ ਹੈ, ਸਿਧਾਂਤ ਚੰਗੀ ਤਰ੍ਹਾਂ। ਜਿਵੇਂ ਦੁੱਧ ਨੂੰ ਜਾਗ ਲਾਈ ਦੀ ਹੈ, ਦਹੀਂ ਜਮਾ ਕੇ ਰਿੜਕ ਕੇ ਮੱਖਣ ਕੱਢ ਕੇ ਵਿੱਚੋਂ ਘਿਓ ਕੱਢੀਦਾ, ਘਿਓ ਨੂੰ ਤੱਤ ਕਹੀਦਾ। ਮਤਲਬ ਇੰਨੇ ਯਤਨਾਂ ਤੋਂ ਬਾਅਦ ਘਿਓ ਦੇ ਦਰਸ਼ਨ ਹੁੰਦੇ ਨੇ। ਇਹ ਜਿੰਨੇ ਵੀ ਬਚਨ ਤੁਹਾਡੇ ਨਾਲ ਕੀਤੇ ਨੇ ਪਾਵਨ ਸ਼ਬਦ ਵਿੱਚ, ਇਹ ਅਸੀਂ ਸਿਧਾਂਤ ਰੂਪ ਕੀਤੇ ਨੇ, ਮੱਖਣ ਰੂਪ ਕੀਤੇ ਨੇ, ਘਿਓ ਰੂਪ ਕੀਤੇ ਨੇ, ਸਾਡੇ ਆਪ ਦਾ ਪ੍ਰੈਕਟੀਕਲ ਹੈ। ਔਰ ਅਸੀਂ ਇਹ ਸਭ ਕੁਝ ਵੇਖਿਆ ਹੋਇਆ ਹੈ। ਜੋ ਵਾਹਿਗੁਰੂ ਨੇ ਤੱਤ ਵਿਚਾਰ ਸਾਨੂੰ ਦਿੱਤੀ ਹੈ ਸਿਧਾਂਤ ਦੀ, ਉਹੀ ਤੁਹਾਨੂੰ ਅਸੀਂ ਸਰਵਣ ਕਰਾਈ ਹੈ। ਇਹਨੂੰ ਇਸ ਤਰ੍ਹਾਂ ਸੁੱਟ ਨਾ ਦਿਓ। ਧੰਨ ਪਾਵਨ ਸ੍ਰੀ ਲਹਿਣਾ ਜੀ, ਜਿਨ੍ਹਾਂ ਮਹਾਰਾਜ ਦੇ ਬਚਨਾਂ ਨੂੰ ਝੋਲੀ ਅੱਡ ਕੇ ਆਪਦੀ ਝੋਲੀ 'ਚ ਪਵਾਇਆ ਤੇ 7 ਵਚਨ ਕਰਕੇ ਮੰਨਿਆ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਾਰੂ ਮਹੱਲਾ ਪੰਜਵਾ। ਇਹ ਜੋ ਪਾਵਨ ਸ਼ਬਦ 2 ਪਦਿਆਂ ਵਾਲਾ ਸਮਾਪਤ ਹੋ ਗਿਆ। ਇਹ ਪ੍ਰਕਰਨ ਗੁਰੂ ਸਾਹਿਬ ਜੀ ਸਮਾਪਤ ਕਰਕੇ ਅਗਲਾ ਮਾਰੂ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਬਦ ਉਚਾਰ ਕੇ ਨਵਾਂ ਪ੍ਰਕਰਨ ਪ੍ਰਾਰੰਭ ਕਰ ਰਹੇ ਹਨ। ਚਰਨ ਕਮਲ ਪ੍ਰਭ ਰਾਖੇ ਚੀਤ। ਜਿਨ੍ਹਾਂ ਸੰਤ ਜਨਾਂ ਨੇ ਪਰਮੇਸ਼ਰ ਦੇ ਪੂਜਨੀਕ ਚਰਨਾਂ ਕਮਲਾਂ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਿਆ ਹੈ। ਚਰਨ ਕਮਲ ਸਰਗੁਣ ਸਰੂਪ ਦੇ ਵਿੱਚ ਜਿਨ੍ਹਾਂ ਚਰਨਾਂ ਨਾਲ ਮੱਕਾ ਫਿਰਿਆ, ਜਿਨ੍ਹਾਂ ਚਰਨਾਂ ਦੀ ਮੌਜ ਦੇ ਵਿੱਚ ਤੁਲਸਾ ਦਾਸੀ ਨੂੰ ਬ੍ਰਹਮ ਗਿਆਨ ਹੋਇਆ, ਜਿਹੜੇ ਚਰਨ ਪੱਥਰ ਤੇ ਵੱਜੇ ਤੇ ਗੁਰਦੁਆਰਾ ਨਾਨਕ ਝੀਰਾ ਬਣ ਗਿਆ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਇਆ, ਉੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਬਣ ਗਿਆ। ਇਹ ਮਹਾਰਾਜ ਦੇ ਪ੍ਰਤੱਖ ਚਰਨ ਕਮਲਾਂ ਦੀ ਤਰ੍ਹਾਂ। ਔਰ ਅੰਤਰੀਵ ਚਰਨ ਕਮਲ ਦੀ ਤਰ੍ਹਾਂ ਦੁਨੀਆ ਤੋਂ ਨਿਰਲੇਪ ਰੱਖਣ ਵਾਲੇ ਉਹ ਕਿਹੜੇ? ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਰ। ਜੋ ਗੁਰਬਾਣੀ ਦੇ ਸ਼ਬਦ ਨੇ, ਚਿਤ ਚਰਨ ਨਾਮ, ਜੋ ਨਾਮ ਰੂਪੀ ਚਰਨ ਨੇ। ਚਰਨ ਕਮਲ ਪ੍ਰਭ ਰਾਖੇ ਚੀਤ। ਜਿਨ੍ਹਾਂ ਸੰਤ ਜਨਾਂ ਨੇ ਪਰਮੇਸ਼ਰ ਦੇ ਪੂਜਨੀਕ ਨਾਮ ਰੂਪੀ ਬਾਣੀ ਰੂਪ ਚਰਨ ਕਮਲਾਂ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਿਆ ਹੈ। ਜਿਵੇਂ ਭਾਈ ਗੋਂਦਾ ਜੀ ਨੇ
ਸਤਿਗੁਰ ਹਰਿ ਸਾਹਿਬ ਦੇ ਚਰਨ ਕਾਬਲ ਵਿੱਚ ਬੈਠਿਆਂ ਹੀ ਪਕੜ ਲਏ ਸਨ ਤੇ ਸਾਰੀ ਦਿਹਾੜੀ ਗੁਰੂ ਸਾਹਿਬ ਨੂੰ ਸਿੰਘਾਸਨ ਤੋਂ ਉੱਠਣ ਨਹੀਂ ਦਿੱਤਾ। ਨਾ ਮਹਾਰਾਜ ਨੇ ਰੋਟੀ ਖਾਧੀ, ਨਾ ਪਾਣੀ ਪੀਤਾ। ਜਦ ਸਮਾਧੀ ਤੋਂ ਉਥਾਨ ਹੋਏ ਭਾਈ ਗੋਂਦਾ ਜੀ, ਤਾਂ ਗੁਰੂ ਸਾਹਿਬ ਨੇ ਉੱਠ ਕੇ ਰਾਤ ਦੇ ਲੰਗਰ ਵਿੱਚ ਚਰਨ ਪਾਏ। ਤੇ ਜਦ ਸਿੱਖਾਂ ਸੰਗਤਾਂ ਨੇ ਪੁੱਛਿਆ ਤੇ ਮਹਾਰਾਜ ਨੇ ਭਾਈ ਗੋਂਦਾ ਜੀ ਦੀ ਸਾਖੀ ਸੁਣਾਈ। ਉਹ ਸਾਰੀ ਡੇਟ, ਉਹ ਦਿਨ ਨੋਟ ਕਰ ਲਿਆ ਗਿਆ। ਜਦ ਕਾਬਲ ਤੋਂ ਸੰਗਤ ਆਈ ਤਾਂ ਸੰਗਤ ਨੂੰ ਪੁੱਛਿਆ ਗਿਆ, ਕਹਿੰਦੇ ਹਾਂ ਭਾਈ ਗੋਂਦਾ ਜੀ ਇਸ ਦਿਨ ਸਾਰੀ ਦਿਹਾੜੀ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਧੀ ਸਥਿਤ ਰਹੇ ਸਨ। ਐਸੇ ਗੁਰਮੁਖ ਹਨ ਹਰ ਗੁਣ ਗਾਵੈ ਨੀਤਾ ਨੀਤ। ਉਹ ਨਿਤਾ ਪ੍ਰਤੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਸਾਡੇ ਮੂੰਹ ਦੇ ਤਾਂ ਬਾਣੀ ਪੜ੍ਹਦਿਆਂ ਵੀ ਗਾਣਿਆਂ ਦੇ ਟੱਪੇ ਰਹਿੰਦੇ ਨੇ। ਜਿੰਨਾ ਮਰਜ਼ੀ ਪਾਠ ਕਰ ਲਓ ਤੇ ਸੁਪਨਿਆਂ ਦੇ ਵਿੱਚ ਉਲਟਾ ਸਿੱਧਾ ਹੀ ਵੇਖੀਦਾ ਹੈ, ਕਿਉਂਕਿ ਅਚੇਤ ਮਨ ਦੇ ਉੱਪਰ ਅਸਰ ਨਹੀਂ ਹੁੰਦਾ। ਜਿਹੜੇ ਗੁਰਮੁਖ ਦਿਲੋਂ ਮਹਾਰਾਜ ਦੇ ਗੁਣ ਗਾਉਂਦੇ ਨੇ ਤੇ ਰਸਨਾ ਵੀ ਸਫਲ ਕਰਦੇ ਨੇ, ਨਿਤਾ ਪ੍ਰਤੀ ਕੰਟੀਨਿਊ ਇੱਕ ਰਸ, ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਜਿਹੜੇ ਚਰਨ ਕਮਲਾਂ ਨੂੰ ਚਿੱਤ ਵਿੱਚ ਟਿਕਾ ਕੇ ਤੇ ਰਸਨਾ ਦੇ ਨਾਲ ਹਰੀ ਦੇ ਗੁਣ ਲਗਾਤਾਰ ਗਾਉਂਦੇ ਰਹਿੰਦੇ ਨੇ। ਤਿਸ ਬਿਨ ਦੂਜਾ ਅਵਰ ਨਾ ਕੋ। ਉਹਨਾਂ ਸੰਤ ਜਨਾਂ ਦੀ ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਕਿ ਤਿਸ ਪਰਮੇਸ਼ਰ ਤੋਂ ਬਿਨਾਂ ਉਹਨਾਂ ਨੂੰ ਦੂਜਾ ਕੋਈ ਹੋਰ ਕਦੀ ਵੀ ਨਹੀਂ ਦੇਖਦਾ। ਕੋਈ ਦੂਜਾ ਹੋਏ ਸੋ ਅਵਰੋ ਕਹੀ ਹੈ। ਆਦ ਮੱਧ ਅੰਤ ਹੈ ਸੋ। ਸਾਰੇ ਯੁੱਗਾਂ ਦੇ ਆਦ ਮੁੱਢ ਵਿੱਚ, ਮੱਧ ਵਿਚਕਾਰਲੇ ਸਮੇਂ ਵਿੱਚ ਅਤੇ ਯੁੱਗਾਂ ਦੇ ਅੰਤ ਅਖੀਰ ਵਿੱਚ ਸੋ ਉਹੀ ਪਰਮੇਸ਼ਰ ਹੀ ਹੈ। ਜਾਂ ਆਦ ਵਿੱਚ ਅਧਿਸ਼ਟਾਨ ਰੂਪ, ਆਸਰਾ ਪ੍ਰਕਾਸ਼ ਰੂਪ, ਮੱਧ ਵਿੱਚ ਵਿਆਪਕ ਰੂਪ ਤੇ ਅੰਤ ਵਿੱਚ ਸਿਧਾਂਤ ਰੂਪ ਉਹੀ ਪਰਮੇਸ਼ਰ ਹੋਵੇਗਾ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰਤ ਸੰਤ ਸਰਬਤਰ ਰਮਨ, ਨਾਨਕ ਅਗਨਾਸਨ ਜਗਦੀਸ਼ਰ ਹੈ। ਸੋ ਸੰਤਨ ਕੀ ਓਟ ਆਪੇ ਆਪ। ਮਹਾਰਾਜ ਫਰਮਾਉਂਦੇ ਨੇ ਸੰਤ ਜਨਾਂ ਦੀ ਓਟ ਟੇਕ ਆਪੇ ਆਪ ਪਰਮੇਸ਼ਰ ਹੀ ਹੈ। ਉਸ ਪਰਮੇਸ਼ਰ ਤੋਂ ਬਿਨਾਂ ਸੰਤ ਜਨ ਹੋਰ ਕਿਸੇ ਦੀ ਵੀ ਟੇਕ ਓਟ ਨਹੀਂ ਰੱਖਦੇ। ਤੇਰੀ ਓਟ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਇਹ ਸੱਚੇ ਪਾਤਸ਼ਾਹ ਤੂੰ ਮੇਰੀ ਓਟ, ਬਲ ਬੁੱਧ ਧਨ ਤੁਮ ਹੀ, ਤੁਮ ਹੈ ਮੇਰਾ ਪਰਿਵਾਰ ਹੈ। ਇਸ ਤਰ੍ਹਾਂ ਸਾਨੂੰ ਤਾਂ ਕਿਸੇ ਨੂੰ ਭਰਾਵਾਂ ਦੀ ਓਟ, ਕਿਸੇ ਨੂੰ ਆਪਦੇ ਮਾਂ ਪਿਓ ਦੀ ਓਟ। ਹਰੇਕ ਇਨਸਾਨ ਨੇ ਆਪੋ ਆਪਣਾ ਆਸਰਾ ਮੰਨਿਆ। ਲੋਕਾਂ ਪਾਰਟੀਆਂ ਬਣਾਈਆਂ ਹੋਈਆਂ ਨੇ, ਕਿਸੇ ਨੇ ਪੰਚ ਸਰਪੰਚ ਨਾਲ, ਕਿਸੇ ਨੇ MLA ਨਾਲ, ਕਿਸੇ ਨੇ ਮੰਤਰੀਆਂ ਦੇ ਨਾਲ। ਘਰਾਂ ਦੇ ਵਿੱਚ ਵੀ ਧੜੇ ਬਣੇ ਹੋਏ ਨੇ, ਸੱਸ ਦਾ ਜਵਾਈ ਨਾਲ, ਭੈਣ ਦਾ ਭਰਾ ਦੇ ਨਾਲ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਕਿਸੇ ਹੀ ਧੜਾ ਕੀਆ, ਮਿੱਤਰ ਸੁਤ ਨਾਲ ਭਾਈ। ਕਿਸੇ ਹੀ ਧੜਾ ਕੀਆ, ਕੁੜਮ ਸਕੇ ਨਾਲ ਜਵਾਈ। ਕਿਸੇ ਨੇ ਆਪਦੇ ਮਿੱਤਰਾਂ ਨਾਲ, ਕਿਸੇ ਨੇ ਪੁੱਤਰਾਂ ਦੇ ਨਾਲ, ਕਿਸੇ ਨੇ ਭਰਾਵਾਂ ਦੇ ਨਾਲ ਆਪਦਾ ਧੜਾ ਪਾਰਟੀ ਬਣਾਈ, ਯਾਨੀ ਉਹਨੂੰ ਆਪਦਾ ਆਸਰਾ ਮੰਨਿਆ ਹੋਇਆ। ਕਿਸੇ ਨੇ ਸਕੇ ਕੁੜਮ ਦੇ ਨਾਲ ਧੜਾ ਬਣਾਇਆ ਹੋਇਆ, ਕਿਸੇ ਨੇ ਸਕੇ ਜਵਾਈ ਨਾਲ ਬਣਾਇਆ ਹੋਇਆ। ਇਹ ਮਹਾਰਾਜ ਤੁਹਾਡਾ ਧੜਾ, ਤੁਹਾਡੀ ਪਾਰਟੀ ਕਿਹੜੀ ਆ? ਦੱਸੋ ਜੀ, ਉਹਦਾ ਨਾਮ ਦੱਸੋ। ਮਹਾਰਾਜ ਕਹਿੰਦੇ ਭਾਈ ਹਮਾਰਾ ਧੜਾ ਹਰ ਰਹਿਆ ਸਮਾਈ। ਜੋ ਹਰੀ ਪਰਮਾਤਮਾ ਅਕਾਲ ਪੁਰਖ ਹੈ, ਸਾਡਾ ਤਾਂ ਉਹੀ ਧੜਾ ਹੈ, ਉਹੀ ਸਾਡੀ ਪਾਰਟੀ ਹੈ। ਜਿਸ ਵਕਤ ਸੁਲੀ ਤੇ ਸੁਲੱਭੀ ਦੀ ਖਬਰ ਆਈ ਅੰਮ੍ਰਿਤਸਰ ਕਿ ਉਹ ਚੜ੍ਹ ਕੇ ਆ ਰਹੇ ਨੇ, ਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸੰਗਤਾਂ ਦੇ ਕਹਿਣ ਤੋਂ ਗੁਰੂ ਜੀ ਨੂੰ ਹਰਿਮੰਦਰ ਸਾਹਿਬ 'ਚ ਬਿਠਾ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਤੁਹਾਡੇ ਨਾਲ ਕੋਈ ਸਲਾਹ ਕਰੀਏ, ਕੋਈ ਮਤਾ ਪਕਾਈਏ। ਮਾਰੇ ਕਹਿੰਦੇ ਦੱਸੋ ਗੁਰਮੁਖੋ। ਕਹਿੰਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਤੁਹਾਡੇ ਵੱਡੇ ਭਾਈ ਪ੍ਰਿਥੀ ਚੰਦ ਨੇ ਸਰਕਾਰੀ ਦਰਬਾਰੇ ਦਿੱਲੀ 'ਚ ਤੁਹਾਡੇ ਵਿਰੁੱਧ ਫਰਿਆਦ ਕੀਤੀ ਹੈ ਜੀ। ਉਹਨੇ ਚੰਦੂ ਨੂੰ ਆਪਦੀ ਪਾਰਟੀ ਬਣਾ ਕੇ, ਮੋਹਰਾ ਬਣਾ ਕੇ ਵਰਤਿਆ ਤੇ ਝੂਠ ਸੱਚ ਬੋਲ ਕੇ ਤੁਹਾਡੇ ਤੇ ਸੁਲਹੀ ਤੇ ਸੁਲੱਭੀ ਖਾਂ ਚੜਾ ਕੇ ਲਿਆ ਰਿਹਾ। ਮਹਾਰਾਜ ਕਹਿੰਦੇ ਫਿਰ ਹੁਣ ਆਪਾਂ ਕੀ ਕਰੀਏ? ਕਹਿੰਦੇ ਵੀ ਸੰਗਤ ਦਾ ਮਤਾ ਹੈ, ਕੋਈ ਚਿੱਠੀ ਪੱਤਰ ਲਿਖੋ, ਆਪਦਾ ਪੱਖ ਪੇਸ਼ ਕਰੋ। ਮਹਾਰਾਜ ਕਹਿੰਦੇ ਨਹੀਂ ਭਾਈ, ਗੁਰਦੁਆਰਾ ਸਰਕਾਰ ਨੂੰ ਚਿੱਠੀ ਕਿਉਂ ਲਿਖੇ?
ਸਰਕਾਰ ਗੁਰਦੁਆਰੇ ਚਿੱਠੀ ਲਿਖ ਕੇ ਭੇਜੇ ਕਿ ਸਾਡੀ ਆਹ ਡਿਮਾਂਡ ਹੈ, ਮੇਰੇ ਮੰਨਣ 'ਚ ਤਾਂ ਆਉਂਦਾ ਨਹੀਂ। ਫਿਰ ਕਹਿੰਦੇ ਮਹਾਰਾਜ ਇੰਜ ਕਰੀਏ, ਜੇ ਤੁਸੀਂ ਚਿੱਠੀ ਨਹੀਂ ਲਿਖਣੀ ਆਪ ਦੇ ਵੱਲੋਂ ਤਾਂ ਗੁਰੂ ਘਰ ਵਿੱਚੋਂ 2 ਸਿੱਖ ਦਿੱਲੀ ਜਾਣ ਜੋ ਆਪਣਾ ਪੱਖ ਪੇਸ਼ ਕਰਨ। ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ। ਦੂਜਾ ਮਤਾ ਪਾਸ ਕੀਤਾ ਵੀ ਕਿ 2 ਬੰਦੇ ਦਿੱਲੀ ਭੇਜੋ। ਮਾਰੇ ਕਹਿੰਦੇ ਨਹੀਂ ਬਈ, ਦਿੱਲੀ ਦਰਬਾਰ ਦੇ ਬੰਦੇ ਸਾਡੇ ਕੋਲ ਆ ਕੇ ਫਰਿਆਦ ਕਰਨ, ਗੁਰਦੁਆਰਾ ਦਿੱਲੀ ਫਰਿਆਦ ਕਿਉਂ ਕਰੇ ਭਾਈ? ਆਪਾਂ ਤਾਂ ਨਹੀਂ ਜਾਣਾ, ਨਾ ਕਿਸੇ ਨੂੰ ਭੇਜਣਾ। ਫਿਰ ਮਹਾਰਾਜ ਤ੍ਰਿਤੀਏ ਮਤਾ ਕਿਛ ਕਰੂੰ ਪਾਇਆ। ਅਸੀਂ ਤੁਸ਼ ਬੁੱਧੀ ਵਾਲੇ ਜੀਵਾਂ, ਸੰਗਤ ਡਰੀ ਪਈ ਹੈ ਜੀ, ਅੰਮ੍ਰਿਤਸਰ 'ਤੇ ਹਮਲਾ ਹੋ ਗਿਆ ਅਤੇ ਸੰਗਤਾਂ ਦਾ ਨੁਕਸਾਨ ਹੋਊਗਾ। ਹੁਣ ਤੁਸੀਂ ਸਿਆਣੇ ਹੋ, ਕੁਛ ਤੁਸੀਂ ਉਪਾਅ ਕਰੋ। ਮਾਰੇ ਕਹਿੰਦੇ ਭਾਈ ਗਲ 'ਚ ਪੱਲਾ ਪਾਇਆ, ਹੱਥ ਜੋੜੇ, ਧੰਨ ਗੁਰੂ ਰਾਮਦਾਸ ਆਖੋ, ਧੰਨ ਗੁਰੂ ਰਾਮਦਾਸ, ਸਤਨਾਮ ਸ੍ਰੀ ਵਾਹਿਗੁਰੂ। ਮੈਂ ਸਭ ਕੇ ਛੋੜ ਪ੍ਰਭ ਤੁਹੀਂ ਤੇ ਆਇਆ। ਇਹ ਬਾਬਾ ਬੁੱਢਾ ਸਾਹਿਬ ਜੀ, ਇਹ ਭਾਈ ਗੁਰਦਾਸ, ਇਹ ਸਾਧ ਸੰਗਤ ਜੀਓ, ਮੈਂ ਸਭ ਆਸਰੇ ਛੱਡ ਕੇ ਇੱਕ ਵਾਹਿਗੁਰੂ ਨੂੰ ਤੇ ਆਇਆ। ਔਰ ਮੈਨੂੰ ਪੱਕਾ ਯਕੀਨ ਹੈ ਕਿ ਉਹ ਪ੍ਰਮਾਤਮਾ ਮੇਰੀ ਜ਼ਰੂਰ ਮਦਦ ਕਰੇਗਾ। ਜਿਹਦਾ ਸਾਰੇ ਆਸਰੇ ਛੱਡ ਕੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ, ਰੱਬ ਜ਼ਰੂਰ ਉਹਦੀ ਮਦਦ ਕਰਦਾ। ਜਿਹੜਾ ਆਪਦਾ ਬਲ ਲਾਉਂਦਾ, ਫਿਰ ਮਹਾਰਾਜ ਖੜਾ ਵੇਖਦਾ ਹੈ ਵੀ ਇਹਦਾ ਜ਼ੋਰ ਲੱਗਣ ਦਿਓ, ਜੋ ਕਰਦਾ ਇਹਨੂੰ ਕਰਨ ਦਿਓ। ਵੇਖੋ ਪ੍ਰਹਿਲਾਦ ਦੀ ਉਸੇ ਵਕਤ ਆ ਕੇ ਰੱਖਿਆ ਕੀਤੀ। ਹਰਨਾਕਸ਼ ਦੀ ਤਲਵਾਰ ਉਹਦੇ ਸਿਰ ਉੱਪਰ ਸੀਗੀ, 1 ਸਕਿੰਟ ਲੇਟ ਹੋ ਜਾਂਦੇ ਉਹਦਾ ਕਤਲ ਹੋ ਜਾਣਾ ਸੀ। ਮਾਰਨ ਉਹਦਾ ਗੁੱਟ ਫੜ ਲਿਆ ਵੀ ਪੁੱਤ ਮੇਰੇ ਨਾਲ ਗੱਲ ਕਰ, ਤੂੰ ਬੱਚੇ ਨੂੰ ਕਿਉਂ ਧਮਕਾ ਰਿਹਾ? ਉਹ ਤਾਂ ਵਿਚਾਰਾ ਨਿਮਾਣਾ ਨਤਾਣਾ, ਬਰਾਬਰ ਦੇ ਨਾਲ ਮੁਕਾਬਲਾ ਹੁੰਦਾ। ਇੱਧਰ ਆ, ਮਾਰ ਮਾਰ ਕੇ ਸੁੰਨ ਦੇ ਜਬਾੜੇ ਖੇਡ ਦਿੱਤੇ ਤੇ ਢਿੱਡ 'ਚ ਹੱਥ ਪਾ ਕੇ ਨੌਂਦਰਾਂ ਦੇ ਨਾਲ ਉਹਦੀਆਂ ਆਂਦਰਾਂ ਖਿੱਚ ਕੇ ਆਪਦੇ ਗਲ 'ਚ ਪਾ ਕੇ ਪੱਟ ਤੇ ਥਾਪੀ ਮਾਰੀ ਵੀ ਇੱਧਰ ਆ, ਹੈ ਕੋਈ ਜ਼ੋਰ ਤੇਰੇ 'ਚ? ਚੰਗਾ ਘੋਲ ਕਬੱਡੀ ਕੀਤੀ, ਪੂਰੀਆਂ ਗੋਡੀਆਂ ਲਵਾ ਕੇ ਜਦੋਂ ਮੁੜਕੋ ਮੁੜਕੀ ਹੰਭ ਗਿਆ, ਉਧਰ ਨੌਂਦਰਾਂ ਨੂੰ ਪਾੜ ਕੇ ਤੇ ਮਹਾਰਾਜ ਨੇ ਬੜੀ ਖੁਸ਼ੀ ਮਨਾਈ। ਤੋ ਇਸ ਤਰੀਕੇ ਦੇ ਨਾਲ ਜਿਹੜਾ ਮਾਨੋ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਇਸ ਸਿਧਾਂਤ ਨੂੰ ਸਮਝਦਾ, ਉਹਦੀ ਵਾਹਿਗੁਰੂ ਰੱਖਿਆ ਕਰਦਾ ਹੈ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਸਿਧਾਂਤ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾਂ ਨਾ ਮਾਰੇ ਘੁੰਮ, ਆਪਣ ਡੈ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਤੋ ਇਸ ਵਾਸਤੇ ਲੋਕਾਂ ਨੇ ਆਪਦੀਆਂ ਪਾਰਟੀਆਂ, ਆਪਦੇ ਧੜੇ, ਆਪਦੀ ਓਟ ਮੰਨੀ ਹੈ, ਕਦੀ ਕਿਸੇ ਨੂੰ ਕਦੀ ਕਿਸੇ ਨੂੰ। ਪਰ ਸੰਤਨ ਕੀ ਓਟ ਆਪੇ ਆਪ, ਸੰਤ ਜਨਾਂ ਦੀ ਓਟ ਏਕ, ਉਹ ਆਪ ਪਰਮੇਸ਼ਰ ਹੈ ਔਰ ਜ਼ਰੂਰ ਰੱਖਿਆ ਕਰਦਾ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਉਸ ਪਰਮੇਸ਼ਰ ਤੋਂ ਬਗੈਰ ਸੰਤ ਜਨ ਹੋਰ ਕਿਸੇ ਦੀ ਵੀ ਟੇਕ ਓਟ ਨਹੀਂ ਰੱਖਦੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਾ ਕੇ ਵਸ ਹੈ ਸਗਲ ਸੰਸਾਰ, ਸਾਰਾ ਸੰਸਾਰ ਜਗਤ ਜਿਸ ਪਰਮੇਸ਼ਰ ਦੇ ਅਧੀਨ ਹੈ। ਆਪੇ ਆਪੇ ਆਪ ਨਿਰੰਕਾਰ, ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਆਪਣਾ ਆਪ ਰੂਪ ਹੈ, ਭਾਵ ਜੀਵ ਰੂਪ ਹੀ ਹੈ ਤੇ ਈਸ਼ਰ ਰੂਪ ਵੀ ਆਪ ਹੀ ਹੈ, ਅਤੇ ਆਪ ਹੀ ਆਕਾਰਾਂ ਤੋਂ ਰਹਿਤ ਹੋਣ ਕਰਕੇ ਸ਼ੁੱਧ ਸਰੂਪ ਹੈ। ਨਾਨਕ ਕਹੇ ਉਹ ਸਾਚਾ ਸੋਏ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸੰਤ ਜਨਾਂ ਨੇ ਉਸ ਪਰਮੇਸ਼ਰ ਨੂੰ ਸੱਚਾ ਆਸਰਾ ਰੂਪ ਜਾਣ ਕੇ ਪਕੜਿਆ, ਭਾਵ ਹਿਰਦੇ ਵਿੱਚ ਵਸਾ ਕੇ ਰੱਖਿਆ ਹੋਇਆ ਹੈ। ਇਸ ਤਰ੍ਹਾਂ ਫੜ ਕੇ ਰੱਖਿਆ ਜਿਸ ਤਰ੍ਹਾਂ ਭਾਈ ਗੋਂਦਾ ਜੀ ਨੇ ਪਹਿਲਾਂ ਵੀ ਜ਼ਿਕਰ ਕੀਤਾ, ਗੁਰੂ ਹਰਿ ਸਾਹਿਬ ਦੇ ਚਰਨ ਫੜੇ ਸੀਗੇ। ਸੁਖ ਪਾਇਆ ਫਿਰ ਦੁੱਖ ਨਾ ਹੋਏ, ਉਹਨਾਂ ਸੰਤਾਂ ਜਨਾਂ ਨੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਆਨੰਦ ਸਰੂਪ ਨੂੰ ਪਾਇਆ ਹੈ, ਜਿਸ ਕਰਕੇ ਉਹਨਾਂ ਨੂੰ ਮੁੜ ਕੇ ਕਦੀ ਵੀ ਅਗਿਆਨ ਰੂਪੀ ਦੁੱਖ ਨਹੀਂ ਹੁੰਦਾ ਜਾਂ ਪ੍ਰਤੱਖ ਦੁੱਖ ਨਹੀਂ ਲੱਗਦਾ ਹੈ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਘਰ ਤੀਜਾ, ਤੀਸਰੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਨਵਾਂ ਪ੍ਰਕਰਨ ਆਰੰਭ ਹੋ ਰਿਹਾ, ਘਰ ਵੀ ਬਦਲ ਰਿਹਾ, ਇਸ ਲਈ ਮੰਗਲ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ ਮੰਗਲ ਕਰਦੇ ਆ। ਫਰਮਾਉਂਦੇ ਨੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ
ਪ੍ਰਸਾਦ ਨਾਮ ਹੈ ਕਿਰਪਾ ਦਾ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਪਾਵਨ ਸ਼ਬਦ ਦਾ ਅਰਥ ਜੇ ਆਪਾਂ ਰਹਾਉ ਦੀ ਪੰਕਤੀ ਤੋਂ ਉਠਾਵਾਂਗੇ ਤਾਂ ਵਿਵਸਥਾ ਸਹੀ ਬੈਠੇਗੀ। ਰੇ ਨਰ ਐਸੀ ਕਰਹਿ ਇਆਨਤ, ਰਹਾਉ ਵਾਲੀ ਪੰਕਤੀ ਹੈ। ਹੇ ਪੁਰਖਾ, ਤੂੰ ਇਹੋ ਜਿਹੀ ਅਣਜਾਣਪੁਣੇ ਵਾਲੀ ਗੱਲ ਕਰਦਾ ਪਿਆ ਹੈ, ਭਾਵ ਅਣਜਾਣਪੁਣਾ ਕਰਦਾ ਹੈ। ਇਹ ਸਤਿਗੁਰੂ ਜੀ ਸਮਝ ਨਹੀਂ ਆਈ, ਮੈਂ ਕੀ ਅਣਜਾਣਪੁਣਾ ਕਰ ਰਿਹਾ ਹਾਂ। ਮਹਾਰਾਜ ਕਹਿੰਦੇ ਸੁਣ, ਨਿਆਣੀਆਂ ਵਾਲੀਆਂ ਗੱਲਾਂ ਤੇਰੀਆਂ ਅਸੀਂ ਦੱਸਦੇ ਹਾਂ। ਪ੍ਰਾਣ ਸੁਖ ਦਾਤਾ, ਜੀਅ ਸੁਖ ਦਾਤਾ, ਜੋ ਸਾਰਿਆਂ ਦੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ, ਜਾਂ ਸਭ ਦੇ ਪ੍ਰਾਣਾਂ ਦਾ ਆਸਰਾ ਰੂਪ ਤੇ ਸੁੱਖਾਂ ਦਾ ਦਾਤਾ ਹੈ। ਉਹਦੇ ਤੋਂ ਬਗੈਰ ਪ੍ਰਾਣ ਸਥਿਰ ਨਹੀਂ ਰਹਿ ਸਕਦੇ। ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਸਾਡਾ ਸਾਹ ਸਵਾ ਗਿੱਠ ਸਾਡੇ ਮੂੰਹ ਤੋਂ ਬਾਹਰ ਜਾਂਦਾ ਹੈ। ਉਨੇ ਚਿਰ ਤੱਕ ਸਰੀਰ ਸਮਝ ਲਓ ਵੀ ਬਿਨਾਂ ਪ੍ਰਾਣਾਂ ਤੋਂ ਮੁਰਦਾ ਰਹਿੰਦਾ, ਪਰ ਜਿਉਂਦਾ ਕਿਵੇਂ ਰਹਿੰਦਾ? ਵਾਹਿਗੁਰੂ ਦਾ ਆਸਰਾ ਹੈ, ਨਹੀਂ ਤਾਂ ਸਰੀਰ ਖਤਮ ਹੋ ਜਾਏ, ਸਵਾਸ ਤਾਂ ਨਿਕਲ ਗਏ ਨੇ, ਸਰੀਰ ਫਿਰ ਵੀ ਜਿਉਂਦਾ। ਕਹਿੰਦੇ ਧੁਨੀ ਦੇ ਵਿੱਚ ਰੱਬ ਨੇ ਇੱਕ ਗੰਢ ਮਾਰੀ ਹੋਈ ਹੈ, ਜਿੰਨਾ ਚਿਰ ਉਮਰ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਗੰਢ ਖੁੱਲ੍ਹਦੀ ਨਹੀਂ। ਜਿੱਦਣ ਖੁੱਲ੍ਹ ਗਈ ਉਦਣ ਬਾਹਰ ਗਿਆ, ਵਾਪਸ ਨਹੀਂ ਆ ਸਕਦਾ, ਨਹੀਂ ਤਾਂ ਧੁਨੀ ਨਾਲ ਕਨੈਕਸ਼ਨ ਜੁੜਿਆ ਹੋਇਆ ਹੈ। ਇਹ ਵਾਹਿਗੁਰੂ ਦੀ ਕੁਦਰਤ ਹੈ ਜੋ ਸਾਨੂੰ ਸਮਝ ਨਹੀਂ ਹੈ। ਤੋ ਇਸ ਲਈ ਪ੍ਰਾਣਾਂ ਦਾ ਆਸਰਾ ਤੇ ਸੁੱਖਾਂ ਦਾ ਦਾਤਾ ਜੋ ਵਾਹਿਗੁਰੂ ਹੈ। ਤੁਮ ਕਾਹੇ ਵਿਸਾਰਿਓ ਅਗਿਆਨਥ, ਹੀ ਅਗਿਆਨੀ ਜੀਵ, ਇਹੀ ਨਿਆਣਪੁਣੇ ਵਾਲੀ ਗੱਲ ਹੈ ਕਿ ਤੂੰ ਪਰਮੇਸ਼ਰ ਨੂੰ ਅਨਥਾ ਮਿਥਿਆ ਪਦਾਰਥਾਂ ਵਿੱਚ ਲਾ ਕੇ ਮਨ ਵਿੱਚੋਂ ਭੁਲਾ ਦਿੱਤਾ। ਅਸੀਂ ਪੁੱਛਦੇ ਹਾਂ ਕਾਹਦੇ ਵਾਸਤੇ ਭੁਲਾਇਆ, ਜਾਂ ਹੇ ਜੀਵ ਤੂੰ ਪਰਮੇਸ਼ਰ ਨੂੰ ਕਿਸ ਵਾਸਤੇ ਭੁਲਾ ਦਿੱਤਾ? ਤੇ ਤੂੰ ਆਪਣੇ ਹਿਰਦੇ ਵਿੱਚ ਅਗਿਆਨਥ, ਅਗਿਆਨ ਨੂੰ ਥਾਂ ਦਿੱਤਾ ਹੋਇਆ ਹੈ। ਰੱਬ ਦੀ ਥਾਂ ਸਾਰੀ ਦੀ ਸਾਰੀ ਅਗਿਆਨ ਤੇ ਕੋਲੋਂ ਰਿਜ਼ਰਵ ਕਰਾ ਲਈ, ਨਾਮ ਦੀ ਜਗ੍ਹਾ ਹੀ ਨਹੀਂ ਛੱਡੀ। ਕਹਿੰਦੇ ਰਸ ਸੋਇ ਨ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੰਨੇ ਰਸਾਂ ਦਾ ਘਰ ਸਰੀਰ ਬਣਿਆ ਹੋਇਆ, ਨਾਮ ਦੀ ਤਾਂ ਜਗ੍ਹਾ ਹੀ ਨਹੀਂ ਹੈ। ਦੱਸੋ ਕਿਹੜੀ ਜਗ੍ਹਾ ਤੇ ਨਾਮ ਰਹੇ? ਹੋਸ਼ਾ ਮਦ ਚਾਖ ਹੋਏ ਤੁਮ ਬਾਬਰ, ਤੁਸ਼ ਸ਼ਰਾਬ ਸੁੱਖਾ ਭੁੱਕੀ ਅਫੀਮ ਡੋਡੇ ਇਤਿਆਦਿਕ ਬੇਅੰਤ ਨਸ਼ੇ, ਇਹਨਾਂ ਨੂੰ ਚੱਕ ਕੇ ਤੂੰ ਕਮਲਾ ਹੋਇਆ ਫਿਰਦਾ। ਜਾਂ ਦੇ ਅਧਿਆਸ ਰੂਪ ਜਿਹੜੀ ਸ਼ਰਾਬ ਹੈ, ਜਾਂ ਮਾਇਆ ਰੂਪੀ ਸ਼ਰਾਬ ਚੱਕ ਕੇ ਤੂੰ ਕਮਲਾ ਹੋਇਆ ਫਿਰਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਾਇਆ ਦੇ ਇਹੋ ਜਿਹੇ ਨਸ਼ੇ ਨੇ ਕਿ ਜੋ ਸ਼ਰਾਬ ਤੋਂ ਵੀ ਜ਼ਿਆਦਾ ਭੈੜਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਇੱਥੇ ਸ਼ਬਦ ਬਾਣੀ ਦਾ ਨਾਮ ਵੀ ਹੈ, ਸ਼ਬਦ ਆਵਾਜ਼ ਦਾ ਨਾਮ ਵੀ ਹੈ। ਕਿਸੇ ਦੀ ਆਵਾਜ਼ ਕਿਸੇ ਦੀ ਗੱਲ ਨੂੰ ਸੁਣ ਕੇ ਰਾਜੀ ਨਹੀਂ, ਗੁਰਬਾਣੀ ਦੇ ਸ਼ਬਦ ਨਹੀਂ ਸੁਣਦਾ, ਅੰਨਾ ਹੋਇਆ ਪਿਆ ਹੈ। ਸ਼ਰਾਬੀ ਬੰਦੇ ਨੂੰ ਦਿਖਦਾ ਕੁਛ ਨਹੀਂ। ਤੋ ਇਸ ਤਰ੍ਹਾਂ ਹੰਕਾਰ ਦੀ ਸ਼ਰਾਬ ਪੀਤੀ ਹੋਈ ਹੈ। ਦੁਲਭ ਜਨਮ ਆਕਾਰਤ ਅਤੇ ਕਠਿਨਤਾਈ ਨਾ ਲੱਭੇ, ਮਿਲੇ ਹੋਏ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾਰਿਆ ਹੈ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਰੇ ਨਾਰ ਹੇ ਪੁਰਖਾ ਐਸੀ ਕਰਹਿ ਇਆਨਤ, ਤੂੰ ਇਹੋ ਜਿਹੀ ਅਣਜਾਣਪੁਣੇ ਵਾਲੀ ਗੱਲ ਕਰਦਾ ਪਿਆ ਹੈ। ਨਿਆਣਾ ਹੀ ਤਾਂ ਹੈ ਫਿਰ, ਜੇ ਗੱਲਾਂ ਹੀ ਸਿਆਣੀਆਂ ਨਹੀਂ। ਤੂੰ ਇੰਨੇ ਅਗਿਆਨਪੁਣੇ 'ਚ ਲੱਗਾ ਹੋਇਆ ਹੈ। ਜਾਣ ਬੂਝ ਕੇ ਬਾਵਰੇ ਤੇ ਕਾਂਜ ਵਿਗਾਰਿਓ, ਸਭ ਕੁਝ ਪਤਾ ਵੀ ਹੈ, ਕੰਨਾਂ ਕੀ ਸਮਾਰੀ ਹੋਈ ਹੈ। ਰੱਬ ਦਾ ਨਾਮ ਜਪ ਕੇ ਤੂੰ ਰਾਜੀ ਨਹੀਂ। ਤਜ ਸਾਰੰਗ ਤਰ ਭ੍ਰਮ ਤੂੰ ਭੂਲਾ, ਹੇ ਪੁਰਖਾ ਸਰਗੁਣ ਸਰੂਪ ਦੇ ਵਿੱਚ ਸਾਰੰਗ ਨਾਮੇ ਧਨਕ ਨੂੰ ਧਾਰਨ ਵਾਲੇ ਜਾਂ ਅੰਗਾਂ ਵਿੱਚ ਸ੍ਰੇਸ਼ਟਤਾਈ ਨੂੰ ਧਾਰਨ ਵਾਲੇ ਪਰਮੇਸ਼ਰ ਨੂੰ ਛੱਡ ਕੇ ਤੂੰ ਭਰਮ ਦੇ ਵਿੱਚ ਭੁੱਲ ਗਿਆ ਹੈ। ਮੋਹੇ ਲਪਟਿਓ ਦਾਸੀ ਸੰਗ ਸਾਨਤ, ਅਤੇ ਟਹਿਲਣ ਮਾਇਆ ਨੂੰ ਪਰਲੋਕ ਦਾ ਸਾਥ ਦੇਣ ਵਾਲੀ ਸਮਝ ਕੇ ਔਰ ਇਸ ਨੂੰ ਆਪਣਾ ਸਾਥੀ ਬਣਾ ਕੇ ਤੇ ਇਸ ਦੇ ਮੋਹ ਦੇ ਵਿੱਚ ਤੂੰ ਅੰਪਟ ਹੋ ਰਿਹਾ ਹੈ। ਮਤਲਬ ਰਾਜੇ ਨੂੰ ਤਾਂ ਛੱਡਿਆ ਹੋਇਆ, ਦਾਸੀ ਦੇ ਮੋਹ 'ਚ ਫਸ ਰਿਹਾ ਹੈ।
ਇਹ ਜਿਹੜੀ ਮਾਇਆ ਦਾਸੀ ਭਗਤਾਂ ਕੀ ਕਾਰ ਘਮਾਵੈ ਜਾਂ ਕੌਲਾ ਵਪਰੀ ਸੰਤੀ ਛਲੀ, ਇਹ ਜਿਹੜੀ ਲక్ష్ਮੀ ਹੈ ਮਹਾਰਾਜ ਦੇ ਚਰਨਾਂ ਦੀ ਸੇਵਕ, ਮਹਾਰਾਜ ਦੀ ਦਾਸੀ, ਤੂੰ ਇਹਦੇ ਮੋਹ ਦੇ ਵਿੱਚ ਫਸ ਰਿਹਾ ਹੈ। ਤੂੰ ਅਗਿਆਨ ਕਾਰਨ ਦਾਸੀ ਮਾਇਆ ਦੇ ਨਾਲ ਆਪਦਾ ਸਾਥ ਬਣਾ ਕੇ ਉਹਦੇ ਮੋਹ ਦੇ ਵਿੱਚ ਕਿਉਂ ਲੰਬਟ ਹੋ ਰਿਹਾ, ਕਿਉਂ ਫਸ ਰਿਹਾ। ਛੱਪੜ ਚੋਂ ਨਿਕਲੀ ਮੈਂ, ਜਿਹਨੂੰ ਇੱਧਰਲੇ ਇਲਾਕੇ 'ਚ ਉਹ ਭੈਂਸ ਬੋਲਦੇ ਨੇ, ਹਿੰਦੀ ਵਿੱਚ ਭੈਂਸ ਕਹਿੰਦੇ ਨੇ, ਉਹਦੇ ਤੋਂ ਬਚਣਾ ਹੀ ਚੰਗਾ, ਕਿਉਂਕਿ ਛੱਪੜ ਚੋਂ ਨਿਕਲੀ ਹੈ, ਚਿੱਕੜ ਨਾਲ ਲਿਬੜੀ ਹੋਈ ਆ। ਜਿੰਨਾ ਮਰਜ਼ੀ ਬਚਾ ਰੱਖੋ, ਉਹਨੇ ਪੂਛ ਮਾਰ ਕੇ ਤੇ ਚਿੱਟੇ ਕੱਪੜੇ ਗੰਦੇ ਕਰ ਹੀ ਦੇਣੇ ਨੇ। ਮੁੜ ਕੇ ਵੇਖੋਗੇ ਤਾਂ ਠਾਂ ਜਾਣਾ ਗੁਰਦੁਆਰੇ ਆ, ਬੋਲਣਾ ਸੰਗਤ ਵਿੱਚ, ਲੋਕ ਵੇਖ ਕੇ ਮਖੌਲ ਕਰਨਗੇ ਵੀ ਬਾਬਾ ਵੇਖੋ ਕਿੱਥੋਂ ਕੱਪੜੇ ਲਪੇੜੀ ਫਿਰਦਾ। ਮਹਾਰਾਜ ਨੇ ਤਾਂ ਇੱਥੋਂ ਤੱਕ ਆਖਿਆ, ਰੱਖ ਰੱਖ ਚਰਨ ਧੜੇ ਵਿਚਾਰੀ, ਵੀ ਕਦਮ ਵੀ ਰੱਖਣਾ, ਅੱਗੇ ਵੇਖ ਕੇ ਰੱਖਣਾ। ਪੈਰ ਤਿਲਕ ਗਿਆ, ਦੁਨੀਆ ਤਾਂ ਪਹਿਲਾਂ ਹੀ ਮਖੌਲ ਕਰਨ ਨੂੰ ਖੜੀ ਹੈ ਵੀ ਉਹ ਵੇਖੋ ਬਾਬਾ ਡਿੱਗਿਆ ਪਿਆ ਚੱਕੜ ਦੇ ਵਿੱਚ, ਲਿਬੜਿਆ ਬੰਦਾ ਕੀ ਗੁਰੂ ਘਰ ਜਾਊਗਾ। ਤੇ ਇਸ ਵਾਸਤੇ ਕੱਪੜੇ ਵੀ ਚਿੱਟੇ ਨੇ, ਉਤੋਂ ਦਾਗ ਪਾ ਲਿਆ, ਲਿਬੜੀ ਮੈਂ ਤਾਂ ਲਬੇੜੂਗੀ। ਉਤੋਂ ਬਚਣਾ ਤਾਂ ਸਿਆਣ ਵੀ ਹੈ। ਜੇ ਕਹੇ ਵੀ ਮੈਂ ਤਾਂ ਸੋ ਕਿਸੇ ਦੇ ਕੋਲ ਨਹੀਂ ਗਿਆ ਜਾਂ ਮੈਂ ਕੁਛ ਕੀਤਾ ਨਹੀਂ, ਪਰ ਇਹਨਾਂ ਵੀ ਸੰਗਤ ਤਾਂ ਕਰ ਲਈ ਨਾ। ਤੇ ਇਸ ਵਾਸਤੇ ਲਿਬੜੀ ਮੈਂ ਤੋਂ ਬਚਣਾ ਚੰਗਾ ਹੈ। ਤੋ ਜਿਹੜਾ ਮੋਹ ਮਾਇਆ ਦਾ ਚੱਕੜ ਹੈ, ਇਹ ਤੋਂ ਵਿਚਾਰ ਕੇ ਤੁਰਨਾ ਚੰਗਾ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ, ਮੋਹਿ ਲਪਟਿਓ ਦਾਸੀ ਸੰਗ ਸਾਨਤ, ਜਿਹੜਾ ਮਾਲਕ ਹੈ ਉਹਨੂੰ ਤਾਂ ਬੁਲਾਉਣਾ ਨਹੀਂ, ਤੇ ਦਾਸੀਆਂ ਦੇ ਮੋਹ ਦੇ ਵਿੱਚ ਤੂੰ ਲਿਪਟਿਆ ਹੋਇਆ, ਤੇ ਦੱਸ ਫਿਰ ਪਰੇਸ਼ਾਨੀ ਹੋਣਾ ਤੂੰ। ਇਸ ਵਾਸਤੇ ਮਹਾਰਾਜ ਕਹਿੰਦੇ ਸਮਝ ਕੇ ਰਹੋ, ਇਹ ਨਿਆਣਪੁਣੇ ਵਾਲੀਆਂ ਗੱਲਾਂ ਛੱਡ ਦੇ, ਸਿਆਣਾ ਬਣ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਧਰਨੀ ਧਰਤਿਆ, ਜਿਹੜਾ ਸਾਰੀ ਧਰਤੀ ਨੂੰ ਆਪਦੇ ਆਸਰੇ ਰੱਖਣ ਵਾਲਾ ਪਰਮੇਸ਼ਰ ਹੈ, ਉਹਨੂੰ ਤੂੰ ਤਾਂ ਛੱਡਿਆ ਹੋਇਆ। ਨੀਚ ਕੁਲ ਸੇਵਾ, ਨੀਵੀਂ ਕੁਲ ਵਾਲੇ ਕਿਹੜੇ ਨੇ ਕਾਮ ਆਦਿਕ ਵਿਕਾਰ, ਉਹਨਾਂ ਦੀ ਤੂੰ ਸੇਵਾ ਕਰਦਾ ਪਿਆ ਹੈ। ਨੀਚ ਕੁਲ ਭਾਵ ਕੁਕਰਮਾਂ ਨੂੰ ਕਰਨ ਵਾਲੇ ਪਖੰਡੀ ਪੁਰਖਾਂ ਦੀ ਤੂੰ ਪੈਰ ਕੁੱਟਦਾ ਪਿਆ ਹੈ। ਤੇ ਜਿਹੜਾ ਮਾਲਕ ਹੈ ਸਭ ਦੁਨੀਆ ਦਾ, ਉਹਦਾ ਤੂੰ ਨਾਮ ਨਹੀਂ ਜਪਦਾ, ਉਹਦੇ ਤੂੰ ਮੱਥੇ ਲਾ ਕੇ ਰਾਜੀ ਨਹੀਂ, ਉਹਦੇ ਦਰਸ਼ਨ ਨਹੀਂ ਕਦੀ ਕੀਤੇ, ਕਦੀ ਫੇਰਾ ਨਹੀਂ ਪਾਇਆ ਗੁਰੂ ਘਰ, ਤੂੰ ਦੂਸਰਿਆਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਹਾਉ ਹਾਉ ਕਰਤ ਬੇਹਾਨਤ, ਅਤੇ ਮੈਂ ਕਰਦਿਆਂ ਹੋਇਆਂ ਬੇਹਾਵਤ ਤੇਰੀ ਅਵਸਥਾ ਗੁਜ਼ਰਦੀ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਨੇ, ਭਗਤ ਕਬੀਰ ਸਾਹਿਬ ਜੀ ਦਾ ਇਹ ਬਚਨ ਹੈ, ਕਹਿੰਦੇ ਕਾਚੀ ਗਾਗਰ ਨੀਰ ਪਰਤਿਆ, ਇਹ ਤਨ ਕੀ ਹੈ ਵਡਾਈ, ਤੇ ਛਿਨ ਛਿਨ ਕਰ ਕਯੋ ਕਾਲ, ਛਿਨ ਛਿਨ ਕਾਰ ਕਰਕੇ ਇਹ ਜਿਹੜੀ ਦੇਹ ਹੈ, ਇਹ ਜਿਹੜੀ ਉਮਰ ਹੈ ਘਟਦੀ ਜਾ ਰਹੀ ਹੈ। ਕੱਚੀ ਗਗਰ ਦੀ ਤਰ੍ਹਾਂ ਵਿੱਚੋਂ ਸਵਾਸ ਨਿਕਲਦੇ ਜਾ ਰਹੇ ਨੇ। ਫੋਕਟ ਕਰਮ ਕਰੇ ਅਗਿਆਨੀ, ਇਹ ਬੇਸਮਝ ਪੁਰਖਾ ਤੂੰ ਫੋਕੇ ਨਿਸਫਲ ਹੀ ਕਰਮਾਂ ਨੂੰ ਕਰਦਾ ਪਿਆ ਹੈ। ਮਨਮੁਖ ਅੰਧ ਕਹਾਵਤ, ਇਸ ਕਰਕੇ ਤੂੰ ਮਨਮੁਖ ਤੇ ਅੰਨਾ ਕਹਾਉਂਦਾ ਹੈ। ਜਾਂ ਹੇ ਮਨਮੁਖ ਅਗਿਆਨੀ ਪੁਰਖ, ਤੈਨੂੰ ਕਿੱਥੋਂ ਆਪਣੇ ਆਪ ਆਤਮਿਕ ਵਸਤੂ ਪ੍ਰਾਪਤ ਹੋਣੀ, ਭਾਵ ਕਿਤੋਂ ਵੀ ਪ੍ਰਾਪਤ ਨਹੀਂ ਹੋਣੀ ਹੈ। ਸਤ ਹੋਤਾ ਜਾਂ ਸਤ ਕਰ ਮੰਨਿਆ, ਜਿਹੜਾ ਮਰਨ ਦਾ ਸਮਾਂ ਸੱਚਾ ਹੋਣ ਵਾਲਾ ਹੈ ਉਹਨੂੰ ਤਾਂ ਝੂਠਾ ਕਰਕੇ ਮੰਨਿਆ ਹੋਇਆ। ਅਰ ਜੋ ਬਿਨਸਤ ਸੋ ਨਿਹਚਲ ਜਾਣਤ, ਜਿਹੜੇ ਪਦਾਰਥ ਨਾਸ਼ ਹੋਣ ਵਾਲੇ ਨੇ ਉਹਨਾਂ ਨੂੰ ਤੂੰ ਅਚਲ ਜਾਣੀ ਬੈਠਾ। ਇਹੀ ਤਾਂ ਨਿਆਣਪੁਣਾ, ਹੋਰ ਬਚਪਨਾ ਕਿਹੜਾ ਹੈ। ਜਾਂ ਸਤ ਹੋਤਾ, ਜਿਹੜਾ ਪਰਮੇਸ਼ਰ ਤਿੰਨਾਂ ਕਾਲਾਂ ਵਿੱਚ ਸੱਚ ਹੋਣ ਵਾਲਾ, ਸਤ ਸਰੂਪ ਤੇ ਹੋਂਦ ਰੂਪ ਹੈ। ਅਸਤ ਕਰ ਮੰਨਿਆ, ਉਹਨੂੰ ਤੂੰ ਅਸਤ ਕਰਕੇ ਮੰਨਿਆ ਹੋਇਆ। ਅਰ ਜੋ ਬਿਨਸਤ, ਜੋ ਸੰਸਾਰ ਜਾਂ ਸਰੀਰ ਨਾਸ਼ ਹੋਣ ਵਾਲਾ, ਸੋ ਨਿਹਚਲ ਜਾਣਤ, ਉਹਨੂੰ ਤੂੰ ਆਪਣੇ ਹਿਰਦੇ 'ਚ ਚੱਲ ਜਾਣੀ ਬੈਠਾ। ਦੱਸ ਤੈਨੂੰ ਬੱਚਾ ਨਾ ਆਖੀਏ, ਹੋਰ ਕੀ ਆਖੀਏ? ਕੋਈ ਗੱਲ ਹੈ ਸਿਆਣਿਆਂ ਵਾਲੀ? ਪਰ ਕੀ ਕਹੋ ਆਪਣੀ ਕਰ ਪਕੜੀ, ਪਰਾਇਆਂ ਦੀ ਮਾਇਆ ਨੂੰ ਤੂੰ ਆਪਣੀ ਜਾਣ ਕਰਕੇ ਪਕੜੀ ਬੈਠਾ, ਫੜੀ ਬੈਠਾ। ਜਨਾਨੀ ਕਿਸੇ ਦੀ ਹੈ, ਪਤਨੀ ਕਿਸੇ ਦੀ ਹੈ, ਤੇ ਘਰ ਆਪਣੇ ਬਿਠਾਈ ਹੋਈ ਹੈ, ਫਿਰ ਕਹਿੰਦਾ ਮੈਂ ਬੜਾ ਸੱਚਾ ਸੁੱਚਾ। ਦੱਸੋ ਕੌਣ ਮੰਨੇਗਾ? ਇਸ ਵਾਸਤੇ ਮਹਾਰਾਜ ਨੇ ਸਿੱਧੀ ਬੋਲੀ ਦੇ ਵਿੱਚ, ਪੰਜਾਬੀ ਠੇਠ ਮਾਂ ਬੋਲੀ ਦੇ ਵਿੱਚ, ਅਰਥਾਂ ਦੀ ਕੋਈ ਲੋੜ ਨਹੀਂ,
ਰੱਬ ਨੂੰ ਔਖਾ ਤਾਂ ਵਿਦਵਾਨਾਂ ਨੇ ਬਣਾਇਆ ਹੋਇਆ ਆਪਦੀ ਦੁਕਾਨ ਚਲਾਉਣ ਵਾਸਤੇ। ਸੋ ਪਾਠ ਤਾਂ ਸਿੱਧਾ ਹੀ ਸਮਝ ਆ ਰਿਹਾ ਹੈ। ਮਹਾਰਾਜ ਸਾਫ ਅੱਖਰਾਂ 'ਚ ਕਹਿ ਰਹੇ ਨੇ, ਕਹਿੰਦੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਪਰਾਏ ਦੀ ਅਮਾਨਤ ਕਿਉਂ ਰੱਖੀ ਹੈ ਭਾਈ? ਦਿੱਤਿਆਂ ਹੀ ਸੁਖ ਹੋਵੇਗਾ, ਨਹੀਂ ਤਾਂ ਸਿਰ 'ਤੇ ਬੋਝ ਬਣਿਆ ਰਹੇਗਾ। ਇਸ ਵਾਸਤੇ ਭਾਵੇਂ ਚੋਰੀ ਦੀ ਹੈ ਜਾਂ ਰਾਹ ਜਾਂਦਿਆਂ ਲੱਭੀ ਹੈ ਜਾਂ ਕਿਸੇ ਵੀ ਤਰੀਕੇ ਨਾਲ ਸਾਡੇ ਪਾਸ ਪਹੁੰਚ ਗਈ ਹੈ, ਅਗਲੇ ਦੇ ਮੱਥੇ ਮਾਰੋ, ਉਹਨੂੰ ਕਹੋ ਵੀ ਤੇਰੀ ਹੈ, ਤੂੰ ਲੈ ਜਾ ਭਾਈ, ਸਾਡਾ ਖਹਿੜਾ ਛੱਡ, ਹੱਥ ਜੋੜੋ, ਮਾਫੀ ਮੰਗੋ, ਆਪਦੇ ਘਰ ਨੂੰ ਆਓ। ਕਿਉਂ ਝਗੜਾ ਖੜਾ ਕੀਤਾ ਹੋਇਆ? ਆਪਦਾ ਖਹਿੜਾ ਛਡਾਓ। ਬਾਣੀ ਪੜ੍ਹਨ ਵਾਲੇ ਨੂੰ, ਨਾਮ ਜਪਣ ਵਾਲੇ ਨੂੰ ਤਾਂ ਇਸ ਤਰ੍ਹਾਂ ਕਰਨਾ ਹੀ ਨਹੀਂ ਚਾਹੀਦਾ। ਮਾਇਆ ਕਿਸੇ ਦੀ ਹੈ ਤੇ ਕਬਜ਼ਾ ਆਪ ਜਮਾਇਆ ਹੋਇਆ ਹੈ। ਸੋ ਭਰਾ ਭਰਾ ਨਾਲ ਲੜਾਈ ਤਾਂ ਬਣਦੀ ਹੋਈ ਨਹੀਂ। ਮਤਲਬ ਜਿਹਦਾ ਹੱਕ ਬਣਦਾ ਉਹਨੂੰ ਦੇ ਕੇ ਤੇ ਆਪਦੇ ਮਨ ਨੂੰ ਸੁਖੀ ਰੱਖੋ। ਐਸੇ ਭੂਲ ਭੁਨਾਨਥ, ਇਹੀ ਤਾਂ ਬਚਪਨਾ ਹੈ। ਬੱਚਿਆਂ ਵਾਲੀਆਂ ਬਾਤਾਂ ਮਾਰਨੀਆਂ, ਭੁੱਲਾਂ ਦੇ ਵਿੱਚ ਤੂੰ ਭੁੱਲਿਆ ਹੋਇਆ, ਤੈਨੂੰ ਇੰਨਾ ਪਤਾ ਨਹੀਂ ਵੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ, ਛੱਡ ਕੇ ਤੁਰ ਜਾਣਾ ਹੈ। ਜੇ ਸਾਸਨ ਹਾਂ ਬੈਠੇ ਕੀਤੇ ਬੈਸ ਗਿਆ, ਇਸ ਲਈ ਜਿਹਦੀ ਚੀਜ਼ ਹੈ ਉਹਨੂੰ ਦੇ ਕੇ ਆਪਦਾ ਸੁੱਖ ਮਨਾਓ, ਨਹੀਂ ਤਾਂ ਅੱਗੇ ਫਿਰ ਜਮਕਾ ਲੇਖਾ ਲੈਵਾ ਜੋ ਤਿਲ ਕਹਾਣੀ ਪੀੜਾ ਆਇਂਦਾ। ਜਿਨ੍ਹਾਂ ਦਿੱਤਾ ਹੋਇਆ ਉਹ ਲੈਣ ਲਾ ਕੇ ਖੜੇ ਹੋਣਗੇ। ਜੋਗੀ ਹੋਵਾ ਜਗ ਭਵਾ, ਕਰ ਕਰ ਭੀਖਿਆ ਲਿਓ, ਦਰਗਹਿ ਲੇਖਾ ਮੰਗੀਆ, ਕਿਸ ਕਿਸ ਉੱਤਰ ਦਿਓ। ਉੱਤਰ ਨਹੀਂ ਦਿੱਤਾ ਜਾਣਾ, ਕਿਉਂਕਿ ਬੰਦੇ ਨੂੰ ਬੋਲਣ ਦਾ ਟਾਈਮ ਹੀ ਨਹੀਂ ਲੱਗਣਾ ਕਿ LCD ਲਾਈ ਹੋਣੀ ਵੀ ਆ ਵੇਖ ਲਓ, ਸਾਰੀ ਫੋਟੋ ਆਈ ਹੋਣੀ ਹੈ। ਇਸ ਵਾਸਤੇ ਤੂੰ ਭੂਲ ਭੁਲਾਨਥ, ਅਨਥਾ ਮਿਥਿਆ ਪਦਾਰਥਾਂ ਦੀ ਭੁੱਲ ਵਿੱਚ ਕਿਉਂ ਭੁੱਲਿਆ ਪਿਆ ਭਾਈ? ਖੱਤਰੀ ਬ੍ਰਾਹਮਣ ਸੂਦ ਵੈਸ, ਇਹ 4 ਵਰਨ ਹਨ। ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼ ਸਭ ਇੱਕ ਹੈ, ਨਾਮ ਤਰਾਨਤ। ਸਾਡਾ ਤੇ ਸਾਰਿਆਂ ਨੂੰ ਇੱਕੋ ਜਿਹਾ ਹੈ, ਇਕੱਲਾ ਸਿੱਖਾਂ ਨੂੰ ਹੀ ਨਹੀਂ ਹੈ। ਜਿਹੜੇ ਮੰਨ ਲਏ ਉਹੀ ਸਿੱਖ ਨੇ। ਇੱਕ ਪਰਮੇਸ਼ਰ ਦਾ ਨਾਮ ਜਪ ਕੇ ਹੀ ਸਾਰੇ ਸੰਸਾਰ ਸਮੁੰਦਰ ਤਰ ਸਕਦੇ ਨੇ, ਜਿਸ ਧਰਮ ਨੂੰ ਮਰਜ਼ੀ ਬਿਲੋਂਗ ਕਰਨ। ਨਾਮ ਤਾਂ ਜਪਣਾ ਪਊਗਾ। ਜਾਂ ਸਾਰੇ ਤਰ ਆਨਥ, ਅਨਥਾ ਮਿਥਿਆ ਪ੍ਰਤੀਤ ਹੋ ਰਹੇ, ਸੰਸਾਰ ਤੋਂ ਤਰਦੇ ਹਨ। ਗੁਰੂ ਨਾਨਕ ਉਪਦੇਸ਼ ਕਹਿਤ ਹੈ। ਇਹ ਜਿਹੜਾ ਉਪਦੇਸ਼ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ। ਇਹ ਨਾ ਸਮਝੋ ਵੀ ਆਪਾਂ ਬੋਲ ਰਹੇ ਹਾਂ। ਇੱਥੋਂ ਪਾਸੇ ਕਰ ਲਓ ਬਾਣੀ ਤੋਂ ਤਾਂ ਇੱਕ ਵੀ ਅੱਖਰ ਨਹੀਂ ਆਏਗਾ। ਤੇ ਇਸ ਵਾਸਤੇ ਇਹ ਆਪਦੀ ਸਿਆਣਪ ਆਪਾਂ ਕੁਛ ਨਹੀਂ ਬੋਲ ਰਹੇ। ਜਿਉਂ ਬੁਲਾਵਾ ਹੈ ਤਿਉਂ ਬੋਲਿਆ ਸੁਆਮੀ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਬੁਲਾਇਆ ਅਸੀਂ ਉਹੀ ਬੋਲ ਕੇ ਤੁਹਾਨੂੰ ਉਪਦੇਸ਼ ਦਿੱਤਾ ਭਾਈ। ਜੋ ਸੁਣੈ ਸੋ ਪਾਰ ਪੁਰਾਨਤ, ਜਿਹੜਾ ਸੁਣ ਕੇ ਚਿੱਤ ਲਾ ਕੇ ਸੁਣੇਗਾ ਤੇ ਇਹਨੂੰ ਮੰਨ ਲਏਗਾ, ਉਹ ਤਾਂ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਏਗਾ। ਤੇ ਬਾਕੀਆਂ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇਹ ਵੀ ਨਹੀਂ ਕਹਿੰਦੇ ਉਹਦਾ ਨੁਕਸਾਨ ਹੋਊਗਾ ਜਾਂ ਹੋਵੇ, ਉਹ ਫਿਰ ਪਰਮਾਤਮਾ ਆਪੇ ਵੇਖੇਗਾ। ਤੇ ਇਸ ਲਈ ਜਿਹੜਾ ਮੰਨ ਲਊਗਾ ਉਹ ਹੋਰਨਾਂ ਨੂੰ ਵੀ ਪਾਰ ਲੰਘਾਉਣ ਵਾਲਾ ਹੋ ਜਾਏਗਾ। ਨਹੀਂ ਮੰਨੇਗਾ ਉਹ ਆਪਦਾ ਕੀਤਾ ਪਾਏਗਾ। ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਆਪਣੋ ਪਈ ਹੈ। ਉਹਦੀ ਜ਼ਿੰਮੇਵਾਰੀ ਫਿਰ ਗੁਰੂ ਘਰ ਦੀ ਨਹੀਂ ਹੋਏਗੀ, ਕਿਉਂਕਿ ਆਪਾਂ ਤਾਂ ਜੋ ਕਹਿਣਾ ਸੀ ਸੋ ਕਹਿ ਦਿੱਤਾ। ਮਾਰੂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਹੋਰ ਬਹੁਤ ਕੰਮ ਦੇ ਵਚਨ ਸਮਝਾਉਣ ਲੱਗੇ ਨੇ। ਗੁਪਤ ਕਰਤਾ ਸੰਗ ਸੋ ਪ੍ਰਭ, ਹੇ ਜੀਵ ਉਹ ਪਰਮੇਸ਼ਰ ਸਦਾ ਤੇਰੇ ਸੰਗ ਨਾਲ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਮਤਲਬ ਬੰਦਾ ਕੁਛ ਵੀ ਨਾ ਕਰੇ, ਨਹੀਂ ਅਮਰ ਛਕਣਾ ਨਾ ਛਕੇ, ਨਹੀਂ ਪਾਠ ਹੁੰਦਾ ਨਾ ਕਰੇ, ਪਰ ਇੱਕੋ ਹੀ ਗੱਲ ਜੇ ਮਹਾਰਾਜ ਦੀ ਪੱਲੇ ਬੰਨ ਰਹੇ, ਆ ਜਿਹੜੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਹ ਪਰਮੇਸ਼ਰ ਅੰਗ ਸੰਗ ਹੈ, ਭਾਵੇਂ ਉਹ ਗੁਪਤ ਹੈ ਪਰ ਹੈ ਉਹ ਜ਼ਰੂਰ ਤੇਰੇ ਨਾਲ। ਜੇ ਆਪਾਂ ਇਹੀ ਫੀਲਿੰਗ ਕਰਨ ਲੱਗ ਪਈਏ ਕਿ ਸਾਡੇ ਸੱਜੇ ਹੱਥ ਗੁਰੂ ਨਾਨਕ ਸਾਹਿਬ ਬੈਠੇ ਨੇ, ਤਾਂ ਤੁਸੀਂ ਦੱਸੋ ਜਦੋਂ ਸਾਨੂੰ ਕੋਈ ਵੇਖਦਾ ਹੋਵੇ ਆਪਾਂ ਕੋਈ ਕੰਮ ਕਰਾਂਗੇ? ਬਿਲਕੁਲ ਨਹੀਂ ਕਰਾਂਗੇ। ਸੰਗਤ ਦੇ ਸਾਹਮਣੇ ਆਪਾਂ ਕੀ ਕਰ ਸਕਦੇ ਹਾਂ? ਆਪਾਂ ਆਖਾਂਗੇ ਉਹ ਤਾਂ ਸਾਨੂੰ ਵੇਖ ਰਿਹਾ ਭਾਈ। ਸੰਗ ਸ਼ਰਮ ਆਏਗੀ। ਇਸ ਵਾਸਤੇ ਜੇ ਆਪਾਂ ਗੁਰੂ ਨੂੰ ਅੰਗ ਸੰਗ ਜਾਣ ਲਾਂਗੇ, ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਲਾਂਗੇ, ਆਪਣੇ ਆਪ ਹੀ ਕੋਈ ਪਾਪ ਨਹੀਂ ਹੋਏਗਾ, ਕੋਈ ਬੁਰਾ ਕਰਮ ਨਹੀਂ ਹੋਏਗਾ। ਸੋ ਮਹਾਰਾਜ ਕਹਿੰਦੇ ਭਾਈ
वो परमेश्वर दूर ना ही मेरो प्रभ प्यारा, वो दूर नहीं है, नेरा ना ही दूर, निजात में रहा भरपूर। और इस गल नूं तू चंगी तरह आपदे दिमाग 'च बिठा ला, इनू समझ ला कि परमेश्वर तैनू देख रहा है, तेरियां गल्लां नूं सुन रहा है। भावें तू नहीं उन्होंने वेख रहा, वो वेख्या उन्हां नज़र ना आया वै, वो वेख रहा पर उन्हां यानी देवी देवते शिव जी विष्णु ब्रह्मा नूं नज़र नहीं आ रहा, सानू दिख नहीं रहा। चित्र गुप्त जब लेखा मांगा, तब कौन पढ़दा तेरा टाका। सज्जे मोढे ते चित्र बैठा, खब्बे ते गुप्त बैठा। ਜਿਹੜਾ चित्र है उन्हें दिन के ਕੰਮਾਂ ਦੇ कैमरा लाया होया, गुप्त ने रात का कैमरा लाया होया। सारी रिकॉर्डिंग उत्थे धर्मराज की कचहरी च रिकॉर्ड हो रही है। और जांदियां LCD लगी होगी तो सारी फिल्म अगों की लंघाई होगी, बंदे नूं अखां नाल दिखाया जाएगा, कुछ बोलण की लोड़ ही नहीं। और झूठ भी बोलिया नहीं जाएगा, छुटकारा नहीं, क्योंकि सब कुछ दिखा ही दिता। तो जिमें जो दिने काम करिए रात को सुते पे सुपना हुंदा, इस प्रकार ही जिहड़े संस्कार साडे बचपन के अंदर बैठे हुए ने, जो कुछ असीं कीता सानू याद है, उही फिल्म अगे मतलब इसे रूप संस्कारां दे रूप दे विच साडे आप दे ही मनोभाव अगे प्रगट होणगे। बाहरली पुलिस बंदे नूं कुੱਟਦੀ मारदी नहीं, उन्होंने हैंग ही इन्ना कर दिंदे ने, यानी कि कला रख के उहदे नाल गल्लां कर करके उहदे दिमाग ते लोड ही इन्ना पा दिंदे ने। कमला बंदा तुसीं वेखोगे वो अपने आप बोली जाऊगा जो उहदे ढिड विच होएगा। तो इस तरह अपने आप तैनूं सारा कुछ चेते आएगा तो तू महाराज तो लुका नहीं पाएगा। डहकावे मनुखाए, हुण तू कलयुग दे विच मनुखां तो आप दा लुका रहा है। महाराज तो गुप्त है, वो तो छुपा के तू कर्म करदा है, होर ना मनुखा नूं उपदेश दे के भटकाउंदा फिरदा। ते पर जब तू मर के अगे जाएगा उदों नहीं तेरा बचाव होना है। तू जो मर्जी कर ले, इस गल नूं समझना पएगा। विसार हर जीव बिखै भोगै, हे जीव तू हरि परमेश्वर नूं भुल के विषय विकारां नूं भोगण विच लगा होया है। ये गल याद रख, तब तथा मंगल राय। जद परलोक वे जाएगा तो नरकां दी अग दे विच जिहड़े लोहे दे तत्ते थमले ने धर्मराजे दे दूत तेरा गल ओहदे नाल लाउणगे। चेते रख, परलोक दे विच पर इस्त्री दा गमन करन वाले नूं इस्त्री दी शक्ल वाला लोहे दा गर्म थमला बना के ओहदे नाल जफी पाई जाऊगी, तां फिर तैनूं बहुत दुख लगेगा। ते इउं पर इस्त्री दा गमन करने वाले पुरख नूं ते जिहड़ा इस्त्री दे आकार दा थमला ओहदे नाल लाया जांदा, ते जो इस्त्री है उहनूं पराए पुरख नाल व्यभिचार करन दे वजाने वजों पुरख दे आकार दा थमला बना के ओहदे नाल लाया जांदा है। और महाराज ने फुणहे महल्ले विच ये बचन कीता, भरत रै रावण जाए सेई ताला जी। जो लोगों के कंधां कोले टप के पराए घरां च जाके वे विचार करते हैं, तते तेल के कड़ाहियां दे विच उन्हां नूं तलिया जाता है। तो इसलिए कलगीधर दे वचन ने, पर इस्त्री को महाराज ने अपना भाई गुरदास साहब ने लिखिया, पर बेटी को बेटी जन, पर स्त्री को मात बखान। नामे पातशाह गुरु तेग बहादुर जी ने जो गुरु गोबिंद सिंह नूं सिक्ख्या दित्ती, ते महाराज ने श्री दसम ग्रंथ दे विच अपनी कलम तो लिखी हुई है कि जिस वक्त असीं आपदी सुध संभाली, सानू सोझी आई, तो साडे पिता सतगुरु जी ने सानू ये शिक्षा दी, सुध जब ते हम धरी बचन गुर दए हमारे, पूत यह प्राण तोहे, पूत यह प्राण तोहे, ते पुराण जबला कट थारे। थारे अंबाली दी बोलियां साडे सुहाने दी, हमारे थारे। थारे का मतलब है थोड़े, जिन्ना चिर तुहाडे शरीर च प्राण चलते हैं। हे प्यारे पुत्र जी, महाराज ने की आखिया, सुध जबते हम तरी बचन गुर दए हमारे, पूत है प्रण तोहे, प्राण जबल कट थारे। निज नारी के साथ नेहो तुम नित बढ़इयो, पर नारी की सेज
ਭੂਲ ਸੁਪਨੇ ਹੁਣਾ ਜੀ। ਬਾਈ ਆਰਡਰ ਸਾਨੂੰ ਰੋਕਣਾ ਕੀਤਾ। ਤੇ ਇਸ ਲਈ ਇਸ ਗੱਲ ਨੂੰ ਸਮਝ, ਵਿਸਾਰ ਹਰ ਜਿਉ ਵਿਖੇ ਭੋਗੈ ਹੈ, ਤਪਤ ਥੰਮ ਗੱਲ ਆਏ ਰੇ ਨਰ ਕਾਏ ਪਰ ਗ੍ਰਹਿ ਜਾਏ। ਇਸ ਲਈ ਹੇ ਪੁਰਖਾ, ਤੂੰ ਕਾਹਦੇ ਵਾਸਤੇ ਪਰਾਏ ਘਰਾਂ ਵਿੱਚ ਪਰਾਈਆਂ ਇਸਤਰੀਆਂ ਨੂੰ ਤੱਕਣ ਵਾਸਤੇ ਜਾਂਦਾ ਹੈ? ਤੂੰ ਕਿਉਂ ਪਰਾਏ ਘਰ ਵਿੱਚ ਚੋਰੀ ਚੋਰੀ ਜਾ ਕੇ ਚੋਰੀ ਮਿਰਗ ਅੰਗੂਰੀ ਖਾਏ? ਹਰੀ ਹਰੀ ਅੰਗੂਰੀ ਗਧੇ ਦੀ ਤਰ੍ਹਾਂ ਚਰਦਾ, ਹਰੀ ਅੰਗੂਰੀ ਗਧਾ ਚਰੈ। ਬੰਦਾ ਬਣ ਕੇ ਗਧਿਆਂ ਵਾਲੇ ਕੰਮ ਕਰਦਾ ਪਿਆ। ਆਪਦੀ ਖੁਰਲੀ ਜਿੰਨੀ ਮਰਜ਼ੀ ਚੰਗੀ ਹੈ, ਤੇ ਨਾ ਤਾਂ ਦੂਜੇ ਦੇ ਕੰਮ ਦਾ ਰਹਿਣ ਦੇਣਾ, ਨਾ ਆਪ ਖੇ ਖਰਾਬ ਕਰ ਦੇਣਾ। ਦਹੀਂ ਰੱਖਿਆ ਹੋਇਆ, ਕਾਂ ਦਾ ਸੁਭਾਅ ਗੰਦੀ ਚੁੰਝ ਮਾਰ ਕੇ, ਨਾ ਤਾਂ ਉਹਦੇ ਇਸ਼ਨਾਨ ਜੋਗਾ ਤੇ ਨਾ ਹੀ ਆਪ ਦਾ ਖਾਣਾ, ਚੁੰਝ ਮਾਰ ਕੇ ਗੰਦਾ ਕਰਕੇ ਸੁੱਟ ਜਾਣਾ। ਇਉਂ ਲੋਕਾਂ ਦਾ ਸੁਭਾਅ ਹੈ। ਕਈਆਂ ਦੇ ਘਰ ਵਿਗਾੜ ਦਿੰਦੇ, ਆਪਣਾ ਵੀ ਸਾਂਭਿਆ ਨਹੀਂ ਜਾਣਾ। ਤੋ ਇਸ ਲਈ ਮਹਾਰਾਜ ਕਹਿੰਦੇ ਪਾਪ ਹੈ। ਕੁਚਲ ਕਠੋਰ ਕਾਮ ਗਰਦਬ, ਤੂੰ ਗਧਾ ਬਣਿਆ ਪਿਆ ਹੈ। ਇਹ ਮੇਰਿਆ ਮਨਾ, ਖੋਟੀਆਂ ਚਾਲਾਂ ਚੱਲਣ ਵਾਲਿਆ, ਕੁਚਲ ਅਪਵਿੱਤਰ ਹੈ, ਬਦ ਚਲਣ ਹੈ। ਮਹਾਰਾਜ ਨੇ ਮਨ ਆਖਿਆ। ਤੂੰ ਬਾਣੀ ਦੁਆਰਾ ਸਖਤ ਸ਼ਬਦ ਬੋਲਣ ਵਾਲਾ ਹੈ, ਮਤਲਬ ਆਪ ਗਲਤ ਹੈ, ਪਰ ਜਦ ਤੈਨੂੰ ਕੋਈ ਗਲਤ ਕਹਿੰਦਾ ਤੂੰ ਅੱਗੋਂ ਲੜਾਈ ਕਰਨ ਲੱਗ ਪੈਂਦਾ ਹੈ। ਇਹ ਨੀਤੀ ਹੈ। ਝੂਠ ਛਪਾਉਣ ਵਾਸਤੇ ਅਗਲੇ ਨਾਲ ਲਾੜੀ ਪਾਓ, ਬੋਲਣ ਹੀ ਨਾ ਦੋ। ਤੁਮ ਨਹੀਂ ਸੁਣਿਓ ਧਰਮ ਰਾਏ, ਸਰੀਰ ਕਰਕੇ ਕਾਮ ਆਦਿਕ ਵਿਕਾਰਾਂ ਨੂੰ ਭੋਗਣ ਵਾਲੇ ਗਧਿਆ, ਗਧੇ ਵਰਗੇ ਸੁਭਾਅ ਵਾਲੇ ਮੂਰਖ ਜੀਵਾ, ਕੀ ਤੂੰ ਧਰਮ ਰਾਜੇ ਬਾਰੇ ਨਹੀਂ ਸੁਣਿਆ? ਜਿਹਨੇ ਤੈਨੂੰ ਕੀਤੇ ਪਾਪ ਕਰਮਾਂ ਦਾ ਦੰਡ ਦੇਣਾ ਹੈ, ਸੁਣਿਆ ਕਿ ਨਹੀਂ ਸੁਣਿਆ? ਅਸੀਂ ਸੁਣਾਉਂਦੇ ਹਾਂ। ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅੱਗੇ ਜਮਕਾ ਲੇਖਾ ਲੇਵੈ, ਜੋ ਤਿਲ ਕਾਣੀ ਪੀੜ ਆਏਂਦਾ। ਪਾਪੀ ਕਰਮ ਕਮਾਉਂਦ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਾ ਧਾਣੀਆਂ ਤੇ ਉਹ ਮਥੇ ਧਰਮ ਰਾਏ। ਇਸ ਵਾਸਤੇ ਇਹ ਗੱਲ ਨੂੰ ਸਮਝ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਵਿਕਾਰ ਪਾਥਰ ਗਲੇ ਹੈ ਬਾਂਦੇ, ਨਿੰਦ ਪੋਟ ਸਿਰਾ, ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰ ਨਾ ਜਾਏ। ਤਰਨਾ ਤਾਂ ਮੇਰੇ ਵਰਗੇ ਨੂੰ ਪਹਿਲਾਂ ਹੀ ਨਹੀਂ ਆਉਂਦਾ, ਪਾਣੀ ਤੋਂ ਥਰ ਥਰ ਕੰਬਦਾ, ਤੇ ਗਲ ਦੇ ਵਿੱਚ ਪੱਥਰ ਬੰਨ੍ਹ ਲਿਆ, ਪਿੱਠ ਤੇ ਪੰਡ ਰੱਖ ਲਈ, ਤੇ ਦੱਸੋ ਛਾਲ ਮਾਰ ਦਿੱਤੀ ਸਮੁੰਦਰ ਵਿੱਚ, ਕਿਵੇਂ ਤਰੇਗਾ? ਉਹ ਡੁੱਬ ਕੇ ਮਰੇਗਾ ਹੀ ਮਰੇਗਾ। ਤੋ ਇਸ ਤਰੀਕੇ ਦੇ ਨਾਲ ਲੰਘਣਾ ਹੈ ਵੱਡਾ ਸੰਸਾਰ ਸਮੁੰਦਰ ਜਾਂ ਸਾਗਰ, ਸਹਿਤ ਵਿਸ਼ੇ ਰੂਪੀ ਗਲਤਾ ਦੇ ਜਿਹੜਾ ਭਰਿਆ ਹੋਇਆ। ਲੰਘਣਾ ਤਾਂ ਇਹਨੂੰ ਹੈ, ਤੇ ਕਾਮ ਆਦਿਕ ਵਿਕਾਰਾਂ ਰੂਪੀ ਪੱਥਰਾਂ ਦੇ ਭਾਰ ਅੰਤःਕਰਨ ਰੂਪੀ ਗਲ ਦੇ ਨਾਲ ਬੰਨ੍ਹ ਲਏ, ਤੇ ਨਿੰਦਿਆ ਰੂਪੀ ਜਿਹੜੀ ਪੰਡ ਸੀਗੀ ਉਹ ਅੰਤःਕਰਨ ਰੂਪੀ ਸਿਰ ਦੇ ਉੱਪਰ ਜਾਂ ਪਿੱਠ ਦੇ ਉੱਪਰ ਤੂੰ ਚੁੱਕੀ ਹੋਈ ਹੈ। ਪਾਰ ਨਾ ਪਰ ਨਾ ਜਾਏ, ਇੰਜ ਪਾਰ ਨਹੀਂ ਪੈ ਜਾਣਾ। ਮਾਤਾ ਦੇ ਗਰਭ ਰੂਪ ਨਰਕ ਰੂਪ ਹੈ ਤਰਨੀ ਨਦੀ ਦੇ, ਅਗਨੀ ਕੁੰਡ ਨੂੰ ਤੂੰ ਲੰਘਣਾ ਹੈ, ਪਰ ਤੈਥੋਂ ਇਸ ਤੋਂ ਪਾਰ ਨਹੀਂ ਪਿਆ ਜਾਣਾ। ਇਹ ਗੱਲ ਵੇਖ ਲਾ, ਮੁੜ ਕੇ ਨਾ ਆਖੀ ਵੀ ਸਾਨੂੰ ਦੱਸਿਆ ਨੇ। ਜਿਵੇਂ ਪ੍ਰਤੱਖ ਮਹਾ ਸਮੁੰਦਰ ਤੋਂ ਪਾਰ ਲੰਘਣਾ ਕਠਿਨ, ਇਸੇ ਪ੍ਰਕਾਰ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਕਠਿਨ ਬੜਾ ਹੀ ਹੋ। ਤਿਵੇਂ ਪਰਲੋਕ ਵਿੱਚ ਮਹਾਸਾਗਰ ਦੀ ਤਰ੍ਹਾਂ ਵੈਤਰਨੀ ਨਦੀ ਤੋਂ ਪਾਰ ਲੰਘਣਾ ਔਖਾ ਬੜਾ ਹੀ ਹੋ। ਗੁਰਮੁਖਾ ਤੈਥੋਂ ਇਹ ਤੋਂ ਪਾਰ ਨਹੀਂ ਪਿਆ ਜਾਣਾ। ਇਹ ਗੱਲ ਨੂੰ ਸਮਝ ਲੈਣਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।